जी का खालसा वाहिगुरु जी की फतेह जी। प्यारिओ बस ਆਪਾਂ ਸ਼ੁਰੂ ਕਰੀਏ ਜੀ ਹੁਣ। ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜਾ ਚੜਾਉਣੇ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੇ ਹੈਗੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈਗੀ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਬਾਣੀ ਲੈ ਰਹੇ ਹਾਂ ਜੀ। ਪਾਤਸ਼ਾਹੀ 10ਵੀਂ ਦੇ ਸ਼ਬਦ ਜਿਹੜੇ ਹੈਗੇ ਸ਼ਬਦ ਹਜ਼ਾਰੇ ਕਰਕੇ ਜਿਹੜਾ ਹੈਗਾ ਟਾਈਟਲ ਦੇ ਨਾਲ ਜਿਹੜੇ ਹੈਗੇ ਆਪਾਂ ਗੁਟਕਿਆਂ ਦੇ ਵਿੱਚ ਹੈਗੇ ਆ। ਪਹਿਲਾ ਹੀ ਸ਼ਬਦ ਲੈਨੇ ਆ ਆਪਾਂ। ਜੀ ਅੰਗ ਦੱਸਣਗੇ, ਅੰਗ ਦੱਸ ਦਿਓ ਮੈਨੂੰ। ਅੰਗ ਤਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ ਜੀ। ਇਹ ਉਹਨਾਂ ਦੇ ਜਿਹੜੇ 10ਵੀਂ ਪਾਤਸ਼ਾਹੀ ਦੀ ਬਾਣੀ ਹੈਗੀ ਆ, ਅਕਾਲ ਉਸਤਤ ਉਹਦੇ ਵਿੱਚ ਹੋਣਗੇ। ਤੇ ਤੁਸੀਂ ਅੰਗ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗੀ ਇਹ ਬਾਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮਕਲੀ ਪਾਤਸ਼ਾਹੀ 10ਵੀਂ ਰੇ ਮਨ ਐਸੋ ਕਰ ਸੰਨਿਆਸਾ। ਦੇਖੋ ਗੁਰੂ ਗੋਬਿੰਦ ਸਿੰਘ ਜਿਹੜੇ ਹੈਗੇ ਉਹਨਾਂ ਦੀ ਬਾਣੀ ਕੀ ਕਹਿੰਦੀ ਆ। ਉਹਨਾਂ ਦੇ ਮੋਢੇ ਤੇ ਰੱਖ ਕੇ ਨਾ ਸਾਰੀਆਂ ਬੰਦੂਕਾਂ ਚਲਾ ਦਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਆ ਗਿਆ ਜੀ, ਉਹਨਾਂ ਨੇ ਆ ਕਿਹਾ ਜੀ, ਉਹਨਾਂ ਨੇ ਇਸ ਤਰ੍ਹਾਂ ਦਾ ਰਹਿਤ ਮਰਿਆਦਾ, ਪਤਾ ਨਹੀਂ ਕਿੰਨੇ ਕੁ ਜਿਹੜੇ ਹੈਗੇ ਆ ਰਹਿਤਨਾਮੇ ਆ ਗਏ ਆ ਭਾਈ, ਕਿੰਨੇ ਕੁ ਰਹਿਤਨਾਮੇ ਇਕੱਠੇ ਹੋ ਗਏ ਆ। ਆਪਾਂ ਉਹਨਾਂ ਨੂੰ ਦੇਖੀਏ, ਤੋਲੀਏ ਤਾਂ ਸਹੀ ਵੀ ਗੁਰੂ ਗੋਬਿੰਦ ਸਿੰਘ ਜਿਹੜੇ ਹੈਗੇ ਆ ਕੀ ਕਹਿ ਰਹੇ ਆ। ਉਹਨਾਂ ਦੀ ਆਪਣੀ ਲਿਖਤ ਜਿਹੜੀ ਹੈਗੀ ਉਹ ਕੀ ਬੋਲ ਰਹੇ ਆ, ਕੀ ਕਹਿ ਰਹੇ ਆ, ਕੀ ਰਹਿਤ ਰੱਖਣ ਨੂੰ ਕਹਿ ਰਹੇ ਸਾਨੂੰ। ਰਾਮਕਲੀ ਪਾਤਸ਼ਾਹੀ 10ਵੀਂ ਰੇ ਮਨ ਐਸੋ ਕਰ ਸੰਨਿਆਸਾ। ਮਨ ਨੂੰ ਕਹਿ ਰਹੇ ਭਾਈ ਵੀ ਸੰਨਿਆਸ ਰੱਖਣਾ ਪਊਗਾ ਪਿਆਰਿਆ। ਇਹੋ ਜਿਹਾ ਸੰਨਿਆਸ ਕਰ, ਇਹੋ ਜਿਹਾ ਸੰਨਿਆਸ ਕਰ, ਇਹੋ ਜਿਹੀ ਭਗਤੀ ਕਰਨੀ ਪੈਣੀ ਹੈ ਤੈਨੂੰ। ਮਨ ਨੂੰ ਕਹਿ ਰਹੇ ਆ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ। ਕਹਿੰਦੇ ਭਾਈ ਜਿਹੇ ਜਿਹਾ ਬਨ ਹੈਗਾ ਉਹੇ ਜਿਹਾ ਸਦਨ ਹੈਗਾ, ਘਰ-ਬਾਰ ਉਹੇ ਜਿਹਾ। ਕਹਿੰਦੇ ਬਸ ਆਪਣੇ ਮਨ ਨੂੰ ਉਦਾਸ ਕਰ, ਮਨ ਦੇ ਉੱਤੇ ਕਾਬੂ ਪਾਉਣਾ ਹੈ ਆਪਾਂ ਨੇ। ਇਹ ਸਰੀਰ ਨੂੰ ਬਨ 'ਚ ਲੈ ਜਾਏਗਾ ਤੇ ਮਨ ਤਾਂ ਉੱਥੇ ਵੀ ਮਨ ਤਾਂ ਪੂਰਾ ਜਿਹੜਾ ਹੈਗਾ ਪ੍ਰਫੁੱਲਿਤ ਹੈਗਾ। ਮਨ ਨੇ ਤਾਂ ਉੱਥੇ ਵੀ ਜਿਹੜਾ ਹੈਗਾ ਜਾਲਾ ਜਿਹੜਾ ਬੁਣਿਆ ਹੋਇਆ ਉਹਨੇ ਛੱਡਣਾ ਥੋੜ੍ਹੀ ਨਾ। ਮਨ ਨੇ ਤਾਂ ਸ਼ੋਰ ਮਚਾਏ ਜਾਣਾ ਉੱਥੇ ਸਗੋਂ ਜ਼ਿਆਦਾ ਮਚਾਊਗਾ ਸ਼ੋਰ, ਕਿਉਂਕਿ ਉਹ ਜਿਹੜੇ ਹੈਗੇ ਉਹਦੀਆਂ ਜਿਹੜੀਆਂ ਉਹਨੂੰ ਜਿਹੜੇ ਚੋਗਾ ਮਿਲ ਰਿਹਾ ਸੀ ਉਹ ਚੋਗਾ ਉੱਥੇ ਜਿਹੜੀ ਕਮੀ ਪੈ ਜਾਣੀ ਹੈ ਚੋਗੇ ਦੀ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ। ਜਤ ਕੀ ਜਟਾ ਜੋਗ ਕੋ ਮਜਨ ਨੇਮ ਕੇ ਨਖਨ ਬੜਾਓ। ਕਹਿੰਦੇ ਜਤ ਰੱਖ, ਮਨ ਦੇ ਉੱਤੇ ਕੰਟਰੋਲ ਕਰ, ਇੰਦਰੀਆਂ ਤੇ ਨਹੀਂ ਮਨ ਦੇ ਉੱਤੇ ਕੰਟਰੋਲ ਕਰ। ਇੰਦਰੀਆਂ ਮਨ ਦੇ ਅਧੀਨ ਹੈਗੀਆਂ। ਜਤ ਕੀ ਜਟਾ, ਆਹ ਜਟਾਵਾਂ ਹੋਣੀਆਂ ਚਾਹੀਦੀਆਂ ਤੇਰੇ ਕੋਲ। ਕੰਟਰੋਲ ਆਫ ਸੈਂਸਸ, ਮਨ ਦੇ ਕੰਟਰੋਲ ਆ ਤੇ ਸੈਂਸਸ ਤੇ ਕੰਟਰੋਲ ਆ। ਜੋਗ ਕੋ ਮਜਨ, ਜੋਗ ਪਰਮਾਤਮਾ ਦੇ ਨਾਲ ਜੋਗ ਕਰਨਾ ਹੈ। ਉਹ ਇਸ਼ਨਾਨ ਕਰ, ਉਹ ਮਜਨ ਕਰ, ਪਰਮਾਤਮਾ ਦੇ ਨਾਲ ਜੋੜ ਕਿਵੇਂ ਕਰਨਾ ਹੈ। ਇਹ ਜਿਹੜੇ ਹੈਗੇ ਵਿਚਾਰ ਜਿਹੜੇ ਹੈਗੇ ਤੇਰੇ ਜਿਹੜੇ ਹੈਗੇ ਤੈਨੂੰ ਪੂਰੇ ਮਾਲਕ ਪਰਮਾਤਮਾ ਤੋਂ ਇਹ ਪਦਾਰਥ ਆਕਾਰ ਜਿਹੜੇ ਇਹਦੇ ਵਿਚਾਰ ਦੁਨੀਆ ਦੇ ਇਹਨਾਂ ਨੇ ਜਿਹੜਾ ਹੈਗਾ ਪਰਮਾਤਮਾ ਤੋਂ ਤੈਨੂੰ ਵਿਛੋੜਿਆ ਹੋਇਆ ਆ। ਇਹਦੇ ਪਰਮਾਤਮਾ ਦੇ ਨਾਲ ਜੁੜਨ ਦਾ ਜਿਹੜਾ ਹੈਗਾ ਉਹ ਮਜਨ ਕਰ, ਉਹ ਇਸ਼ਨਾਨ ਕਰ, ਅੰਦਰ ਆਪਣੇ ਵੜ ਧਿਆਨ ਸਿਮਰਨ ਕਰ। ਜਤ ਕੀ ਜਟਾ ਜੋਗ ਕੋ ਮਜਨ ਨੇਮ ਕੇ ਨਖਨ ਬੜਾਓ। ਆ ਨੇਮ ਕਰ ਪਿਆਰਿਆ, ਆ ਨੇਮ ਕਰ, ਇਹਨੂੰ ਨਾ ਛੱਡ। ਆ ਨੇਮ, ਧਿਆਨ ਸਿਮਰਨ ਕਰ, ਮਨ ਦੀ ਭਗਤੀ ਕਰ। ਨੇਮ ਕੇ ਨਖਨ ਬੜਾਓ। ਜੋਗੀ ਨਖਨ ਬੜਾ ਲੈਂਦੇ ਸੀ। ਕਹਿੰਦੇ ਆ ਨੌ ਤੇਰੇ ਜਿਹੜੇ ਨੇਮ ਦੇ ਨੌ ਹੋਣੇ ਚਾਹੀਦੇ ਤੇਰੇ ਕੋਲ। ਇਹਦੇ 'ਚ ਨਾਗਾ ਨਹੀਂ ਪੈਣਾ ਚਾਹੀਦਾ ਧਿਆਨ ਸਿਮਰਨ ਦੇ ਵਿੱਚ। ਇਹ ਜਿਹੜਾ ਹੈਗਾ ਗਿਆਨ, ਧਿਆਨ ਔਰ ਤੇਰਾ ਜਿਹੜਾ ਹੈਗਾ ਕਰਮ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਗਿਆਨ ਕੀ ਹੈਗਾ ਕਹਿੰਦੇ, ਗੁਰੂ ਕੀ ਹੈਗਾ ਕਹਿੰਦੇ ਗਿਆਨ ਗੁਰੂ ਹੈ ਪਿਆਰਿਆ, ਗਿਆਨ ਹੀ ਗੁਰੂ ਹੈ। ਜੇ ਕੋਈ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਨਾਨਕ ਦੇਵ ਜੀ ਜਾਂ ਕੋਈ ਵੀ ਜਿਹਨੂੰ ਵੀ ਆਪਾਂ ਇਸ਼ਟ ਮੰਨਦੇ ਹਾਂ, ਜੇ ਆਪਣੇ ਸਾਹਮਣੇ ਵੀ ਆ ਜਾਣਗੇ
ਤੇ ਉਹਨਾਂ ਨੂੰ ਵੀ ਮਾਲਕ ਦਾ ਕਾਨੂੰਨ ਇਹੋ ਜਿਹਾ ਹੈ ਕਿ ਕਿਸੇ ਨੂੰ ਮੋਢੇ ਤੇ ਹੱਥ ਰੱਖ ਕੇ ਜਿਹੜਾ ਹੈਗਾ ਦਸਮ ਦੁਆਰ ਨਹੀਂ ਖੋਲ ਸਕਦੇ ਕਿਸੇ ਦਾ। ਉਹਨਾਂ ਨੇ ਵੀ ਗਿਆਨ ਦੇਣਾ ਹੈ, ਗਿਆਨ ਦੇ ਕੇ ਅਗਲੇ ਨੇ ਜਿਹੜਾ ਹੈਗਾ ਰਿੰਗ ਦੇ ਵਿੱਚ ਜਿਹੜਾ ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਪਾਏ ਆ, ਮਾਲਕ ਨੇ ਜਿਹੜੀ ਗੇਮ ਪਾਈ ਆ, ਇਹਦੇ ਨਾਲ ਤਾਂ ਆਪਾਂ ਨੂੰ ਹੀ ਲੜਨਾ ਪਊਗਾ। ਕਹਿੰਦੇ ਗਿਆਨ ਗੁਰੂ, ਕੋਚਿੰਗ ਲੈ, ਗਿਆਨ ਗੁਰੂ ਕੋਲੋਂ ਕੋਚਿੰਗ ਲੈ, ਗੁਰੂ ਕੋਲੋਂ ਗਿਆਨ ਲੈ। ਕਿਹੜਾ ਗਿਆਨ? ਆਤਮ ਉਪਦੇਸੋ, ਆਪਣੀ ਆਤਮਾ ਨੂੰ ਉਪਦੇਸ਼ ਕਰ, ਆਪਣੇ ਮਨ ਨੂੰ ਉਪਦੇਸ਼ ਕਰ, ਆਤਮਾ ਦਾ ਗਿਆਨ ਲੈ। ਆਤਮਾ ਦੇ ਨੇੜੇ ਕਿਵੇਂ ਹੋਣਾ ਹੈ? ਨਾਮ ਵਿਭੂਤ ਲਗਾਓ, ਨਾਮ ਦੀ ਵਿਭੂਤੀ ਮਲ, ਆਸਵਾਨਾ ਮਲ ਜਾ ਕੇ ਕਬਰਸਤਾਨ ਦੀ ਸੁਆਹ ਲੈ ਕੇ ਮਿੱਟੀ ਜਿਹੜੀ ਆ ਇਹ ਮਲ ਲੈਣਾ ਹੈ। ਨਾਮ ਦੀ ਵਿਭੂਤੀ ਲਗਾ, ਹਮੇਸ਼ਾ ਨਾਮ ਦੀ। ਹੁਣ ਰੂਟੀਨ ਦੱਸ ਰਹੇ ਆ। ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛੀਮਾ ਤਨ ਪ੍ਰੀਤ। ਕਹਿੰਦੇ ਅਲਪ, ਬਿਲਕੁਲ ਥੋੜਾ ਖਾਣਾ, ਥੋੜਾ, ਜਿੰਨਾ ਕੁ ਸਰੀਰ ਨੂੰ ਲੋੜ ਹੈਗੀ, ਕੈਲੋਰੀ ਉਨੀ ਲੈ ਜਿੰਨੀ ਕੁ ਤੇਰੇ ਅੰਦਰ ਕਮੀ ਆਈ ਹੈ ਕੈਲੋਰੀ ਦੀ। ਜਿਹੇ ਜਿਹਾ ਤੂੰ ਕੰਮ ਕਰਦਾ ਹੈ, ਜੇ ਤੂੰ ਕਈ ਵਾਹੁਣਾ ਆ ਤੇ ਵਧੀਆ ਕੈਲੋਰੀ ਲੈ ਲਾ। ਜੇ ਤੂੰ ਬੈਠਾ ਹੀ ਰਹਿਣਾ ਹੈ ਭਾਈ, ਦੁਕਾਨਦਾਰੀ ਕਰਦਾ ਹੈ, ਫਿਰ ਤੂੰ ਥੋੜੀ ਜਿਹੀ ਕੈਲੋਰੀ ਲੈ। ਅਲਪ ਆਹਾਰ, ਸੁਲਭ ਸੀ ਨਿੰਦਰਾ, ਨੀਂਦ ਵੀ ਥੋੜੀ ਲੈ, ਥੋੜੀ ਨੀਂਦ ਲੈ। ਜਿੰਨਾ ਆਹਾਰ, ਜਿੰਨਾ ਘੁੱਟ ਕੇ, ਜਿੰਨਾ ਉਹਨੂੰ ਜੇ ਡੱਕ ਕੇ ਖਾਏਗਾ, ਓਨੀ ਤੈਨੂੰ ਨੀਂਦ ਆਏਗੀ, ਓਨੀ ਕੂਕੀ ਚੜੀ ਜਾਏਗੀ, ਮੱਝ ਵਾਂਗੂ ਫੁੰਕਾਰਾ ਮਾਰੇਗਾ ਫਿਰ। ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਆਪਣੇ ਤਨ ਦੇ ਨਾਲ ਆਹ ਗੁਣ ਰੱਖੀ, ਦਇਆ, ਹਰੇਕ ਤੇ ਦਇਆ ਕਰੀ ਤੇ ਮਾਫ ਕਰੀ ਹਰੇਕ ਨੂੰ। ਆਹ ਦੋ ਚੀਜ਼ਾਂ ਯਾਦ ਰੱਖੀ ਪਿਆਰਿਆ। ਜੇ ਨਹੀਂ ਦਇਆ ਕੀਤੀ ਤੇ ਤੇਰੇ ਅੰਦਰ ਵਿਚਾਰ ਜਿਹੜੇ ਹੈਗੇ ਨੈਗੇਟਿਵ ਚੱਲਣੇ ਹੀ ਚੱਲਣੇ। ਨਹੀਂ ਮਾਫ ਕਰੇਗਾ ਤੇ ਫਿਰ ਵਿਚਾਰ ਉਹੀ ਜਾੜਾ ਫਿਰ ਬੁਣੀ ਜਾਏਗਾ ਫਿਰ ਆਪਣਾ ਜੂਨ ਗਵਾ ਲਈ ਆਪਣੀ। ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਆਹ ਗੁਣ ਰੱਖ ਆਪਣੇ ਸਰੀਰ ਦੇ ਵਿੱਚ। ਆਹ ਗੁਣ ਹੋਣੇ ਚਾਹੀਦੇ ਤੇਰੇ ਅੰਦਰ, ਇੱਕ ਦਇਆ ਤੇ ਇੱਕ ਛਿਮਾ। ਦਇਆ ਹੋਗੀ ਤੇ ਛਿਮਾ ਹੋ ਜਾਏਗੀ। ਸੀਲ ਸੰਤੋਖ ਸਦਾ ਨਿਰਭੈਬੋ, ਹੋਇਬੋ ਤ੍ਰਿਗੁਣ ਅਤੀਤ। ਇੱਕ ਜਿਹੜਾ ਹੈਗਾ ਸੀਲ ਰੱਖੀ। ਸੀਲ ਕੀ ਹੁੰਦਾ? ਨਿਮਰਤਾ। ਸਾਰਿਆਂ ਤੋਂ ਥੱਲੇ ਹੋ ਕੇ ਰਹੀ। ਜੇ ਕੁਛ ਪਤਾ ਹੈ ਤਾਂ ਵੀ ਆਪਣੇ ਆਪ ਨੂੰ ਅਣਜਾਣ ਰੱਖੀ। ਇੱਕ ਸੰਤੋਖ ਰੱਖੀ, ਸਬਰ ਰੱਖੀ, ਕਾਲਾ ਨਾ ਵਗੀ ਬਈ ਮੈਂ ਤਾਂ ਜੀ ਧਿਆਨ ਸੇ ਮੈਨੂੰ ਤਾਂ ਕੁਛ ਹੋਇਆ ਨਹੀਂ, ਮੈਨੂੰ ਤਾਂ ਆਹ ਨਹੀਂ ਹੋ ਰਿਹਾ, ਮੈਨੂੰ ਉਹ ਨਹੀਂ ਹੋ ਰਿਹਾ, ਫਿਰ ਹੋਣਾ ਵੀ ਨਹੀਂ ਹੈ, ਫਿਰ ਹੋਰ ਡਿਲੇ ਹੋ ਜਾਏਗਾ। ਸੰਤੋਖ ਰੱਖੀ, ਬਸ ਆਪਣੇ ਵਿਚਾਰ ਬਿਲਕੁਲ ਇਹਦੇ ਵੀ ਵਿਚਾਰ ਨਹੀਂ ਲੈਣੇ, ਨਹੀਂ ਤਾਂ ਆਹ ਵਿਚਾਰ ਆ ਜਾਣਗੇ, ਬਰੀਕ ਹੋ ਜਾਏਗੀ ਗੇਮ। ਸੀਲ ਸੰਤੋਖ ਸਦਾ ਨਿਰਭੈਬੋ, ਹਮੇਸ਼ਾ ਜਿਹੜਾ ਹੈਗਾ ਇਹਨੂੰ ਆਪਣੇ ਨਾਲ ਰੱਖੀ। ਕੀ ਹੋਏਗਾ ਫਿਰ? ਹੋਇਬੋ ਤ੍ਰਿਗੁਣ ਅਤੀਤ। ਆ ਮਾਇਆ ਜਿਹੜੀ ਹੈਗੀ ਆ, ਇਹ ਵਿਚਾਰ ਜਿਹੜੇ ਹੈਗੇ ਤ੍ਰਿਗੁਣੀ ਮਾਇਆ, ਇਹ ਤੋਂ ਅਤੀਤ ਹੋ ਜਾਏਗਾ। ਇਹ ਵਿਚਾਰ ਮੰਡਲ ਕ੍ਰਾਸ ਕਰ ਜਾਏਗਾ। ਕਾਮ ਕ੍ਰੋਧ ਅਹੰਕਾਰ ਲੋਭ ਹਟ, ਮੋਹ ਨਾ ਮਨ ਸਿਉ ਲਿਆਵੈ। ਹੋਰ ਦੇਖ, ਆਪਣੇ ਮਨ ਨੂੰ, ਪਤੰਦਰ ਨੂੰ ਇਹਨਾਂ ਚੀਜ਼ਾਂ ਤੋਂ ਬਚਾਈ। ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ। 2 ਤੇ 2 4 ਤੇ 2 6 ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਹਠ ਵੀ ਜਿਹੜਾ ਹੈ ਐਡ ਕਰ ਦਿੱਤਾ ਇਹਦੇ ਵਿੱਚ। ਆ ਦੇਖੋ ਗੁਰੂ ਗੋਬਿੰਦ ਸਿੰਘ ਯੋਧੇ, ਯੁਗ ਪੁਰਸ਼। ਕਾਮ ਕ੍ਰੋਧ ਅਹੰਕਾਰ ਲੋਭ ਹਟ, ਮੋਹ ਨਾ ਮਨ ਸਿਉ ਲਿਆਵੈ। ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਕਹਿੰਦੇ ਤਾਂ ਆਪਣੀ ਆਤਮਾ ਦੇ ਦਰਸ਼ਨ ਕਰ ਲੇਗਾ ਪਿਆਰਿਆ, ਮਾਇਆ ਤੋਂ ਉੱਪਰ ਹੋ ਜਾਏਗਾ, ਇਹ ਗੇਮ ਚੋਂ ਬਾਹਰ ਹੋ ਜਾਏਗਾ ਤੇ ਪਰਮ ਪੁਰਖ ਕਹਿ ਪਾਏਗਾ ਭਾਈ। ਮਾਲਕ ਪਰਮਾਤਮਾ ਦਾ ਵਰਗਾ ਬਣ ਜਾਏਗਾ ਪਿਆਰਿਆ। ਹਾਂਜੀ ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਕਰਕੇ ਜਿਹੜਾ ਹੈਗਾ ਸੰਗਤ ਕਹਿੰਦੀ ਸੀ ਵੀ ਉਹਨਾਂ ਦੀ ਬਾਣੀ ਲਈਏ, ਤੇ ਮੈਂ ਕਿਹਾ ਇਸ ਤੋਂ ਉੱਪਰ ਸ਼ਰਧਾਂਜਲੀ ਕੀ ਹੋ ਸਕਦੀ ਆ, ਤੇ ਅਸੀਂ ਲਈ। ਬਹੁਤ ਵਧੀਆ, ਬਹੁਤ ਵਧੀਆ। ਮੈਂ ਵੀ ਲੱਭਣ ਡਿਆ ਤੇ ਫਿਰ ਮੇਰੇ ਮਨ ਚ ਫਿਰ ਆਇਆ, ਮੈਨੂੰ ਲੱਗਦਾ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ 10ਵੇਂ ਗ੍ਰੰਥ ਦੀ ਹੈ। ਹਾਂਜੀ। ਔਰ ਇਹ ਬਹੁਤ ਚੰਗਾ ਕੀਤਾ ਸਾਧ ਸੰਗਤ ਜੀ, ਜਿਹੜਾ ਨਿਜਰ ਸਾਹਿਬ ਨੇ ਪੁਆਇੰਟ ਕੀਤਾ ਨਾ। ਦੇਖੋ, ਕਿਸੇ ਵੀ ਬ੍ਰਹਮ ਗਿਆਨੀ ਨੂੰ ਜਾਣਨਾ ਹੋਵੇ ਨਾ, ਤੇ ਉਸ ਬ੍ਰਹਮ ਗਿਆਨੀ ਦੀ ਲਿਖਤ ਨੂੰ ਪੜ੍ਹਨਾ ਪਊਗਾ। ਹਾਂ, ਉਹਦੇ ਬੋਲ ਜਿਹੜੇ ਹੈਗੇ, ਉਹਦਾ ਗਿਆਨ। ਲੋਕਾਂ ਨੇ ਪਤਾ ਨਹੀਂ ਇੱਥੇ ਨੀਮਾ ਕੀਮ ਤੇ ਖਤਰੇ ਜਾਣ, ਬਹੁਤ ਜ਼ਿਆਦਾ ਇੱਧਰ ਉੱਧਰ
ਲੈ ਗਏ ਨੇ ਉਹ ਸਹੀ ਨਹੀਂ ਕੀਤਾ, ਉਹਨਾਂ ਨੇ ਗੜਬੜ ਕਰਤੀ ਹੈ ਸਾਰੀ, ਬਹੁਤ ਜ਼ਿਆਦਾ ਗੜਬੜ ਕਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜਾ ਗਿਆਨ ਹੈ ਨਾ, ਬੜਾ ਉੱਚ ਕੋਟੀ ਦਾ ਗਿਆਨ ਹੈ। ਉਹ ਦੇਖੋ ਤੁਹਾਨੂੰ ਕਿੱਦਾਂ ਉਹ ਸੱਚਾਈ ਨੂੰ ਦਿਖਾਵੇਗਾ, ਪਰ ਇਹ ਇਸ ਗੱਲ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਸਭ ਸੂਖਮ ਗੱਲਾਂ ਨੇ। ਉਹ ਸੂਖਮ ਫਿਰ ਉਹਨੂੰ ਦੱਸਣ ਦੇ ਲਈ ਯੋਗ ਬੰਦਾ ਚਾਹੀਦਾ ਵਾ, ਉਹ ਬੰਦਾ ਵੀ ਨਹੀਂ ਯੋਗ ਅਵੇਲੇਬਲ ਹੈਗੇ ਜ਼ਿਆਦਾ, ਕਿਉਂਕਿ ਜਦੋਂ ਆਪਾਂ ਇਹ ਚੀਜ਼ ਹੈ ਇਹ ਫਰੀ ਆ। ਇਹ ਜਿਹੜਾ ਦੇਖੋ, ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਸਾਡੇ ਕੋਲੋਂ ਜੋ ਵੀ ਗਿਆਨ ਆਵੇਗਾ ਨਾ, ਭਾਵੇਂ ਸਾਨੂੰ ਪਤਾ ਹੈ ਜਾਂ ਨਹੀਂ ਪਤਾ, ਇਹ ਗੱਲ ਵੱਖਰੀ ਆ। ਇਹ ਉਹਨਾਂ ਚਿਰ ਹੀ ਪ੍ਰਭਾਵਸ਼ਾਲੀ ਆ ਜਿੰਨਾ ਚਿਰ ਤੱਕ ਅਸੀਂ ਪੈਸੇ ਨਹੀਂ ਲੈਂਦੇ। ਜਿੱਦਣ ਅਸੀਂ ਪੈਸੇ ਲੈਣੇ ਸ਼ੁਰੂ ਕਰਦੇ ਨਾ, ਇਹ ਖਤਮ ਹੋ ਹੀ ਨਹੀਂ ਸਕਦੀ। ਨਜਾ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਹ ਸੱਚ ਹੈ, ਇਹਨੂੰ ਆਪਾਂ ਵੇਚ ਨਹੀਂ ਸਕਦੇ ਇਸ ਗਿਆਨ ਨੂੰ। ਜਿਹਨੇ ਵੇਚ ਲਿਆ ਉਹ ਖਤਮ। ਹੁਣ ਇੱਥੇ ਸਾਡੇ ਲਾਗੇ ਇੱਕ ਬੰਦਾ ਬਾਹਾਂ ਮਲਦਾ ਤੇ ਕੁਛ ਵੀ ਨਹੀਂ ਕਰਨਾ, ਮਾੜਾ ਜਿਹਾ ਤੁਹਾਡੇ ਨੇ ਉਂਗਲ ਜੀ ਤੇਲ ਜੀ ਲਾ ਦੇਣੀ, ਪੱਟੀ ਬੰਨਣੀ, ਹੋ ਜਾਓ, ਬੰਦੇ ਠੀਕ ਹੋ ਜਾਂਦੇ ਆ, ਬੰਦੇ ਠੀਕ ਹੋ ਜਾਂਦੇ ਆ। ਤੇ ਉਹ ਹੁਣ ਮੈਂ ਇਹ ਮਹਿਸੂਸ ਕਰਦਾ ਕਿ ਪ੍ਰਕਿਰਤੀ ਜਿਹੜੀ ਹੈ ਨਾ, ਦੇਖੋ ਪ੍ਰਕਿਰਤੀ ਕੀ ਕਹਿੰਦੀ ਆ ਕਿ ਜਦੋਂ ਬੰਦਾ ਸਹੀ ਆ, ਬਹੁਤ ਘੱਟ ਪੈਸਿਆਂ ਤੇ ਕੰਮ ਕਰ ਰਿਹਾ, ਤੇ ਉਹਦੇ ਦੁਆਰਾ ਬੰਦਾ ਠੀਕ ਹੋਣਾ ਹੀ ਆ, ਕਿਉਂਕਿ ਉਹ ਕੁਦਰਤ ਸਹੀ ਚੀਜ਼ ਨੂੰ ਰੁਕੋ, ਭਾਵੇਂ ਗੱਲਬਾਤ ਨਹੀਂ ਹੈਗੀ ਆ ਉਹਨੀ, ਪਰ ਉਹਨੂੰ ਉਹਦੇ ਥਰੂ ਕੰਮ ਕਰਨਾ ਪੈਣਾ ਵਾ। ਨਿਸ਼ਕਾਮ ਜਿਹੜਾ ਹੈਗਾ, ਨਿਸ਼ਕਾਮ ਕਰ ਰਿਹਾ ਨਾ ਕੰਮ। ਹਾਂਜੀ ਹਾਂ, ਕਿਉਂਕਿ ਜੇ ਉਹ ਨਹੀਂ ਕਰੂਗੀ ਉਹਨੂੰ ਸਪੋਰਟ, ਤੇ ਦੱਸੋ ਉਹ ਸੱਚਾਈ ਕਿੱਥੇ ਰਹੂਗੀ? ਦੱਸੋ ਰਹੂਗੀ ਸੱਚਾਈ? ਇਹਦਾ ਮਤਲਬ ਹੈ ਕਿ ਪੜ੍ਹੇ ਲਿਖੇ ਇੰਨੇ ਇੰਟੈਲੀਜੈਂਟ ਬੰਦੇ ਆ, ਕੇਵਲ ਉਹੀ ਕਰ ਸਕਣਗੇ। ਫਿਰ ਆਮ ਬੰਦਾ, ਨਾਰਮਲ ਬੰਦਾ, ਹੁਣ ਉਹ ਠੱਗ ਹੈਗੇ ਨੇ, ਏਡੇ ਵੱਡੇ ਚੋਰ ਹੈਗੇ ਨੇ, ਪੜ੍ਹੇ ਲਿਖੇ ਬਹੁਤ ਗਿਆਨ ਆ, ਤੇ ਫਿਰ ਕੇਵਲ ਉਹੀ ਬੰਦੇ ਨੂੰ ਸਹੀ ਕਰ ਸਕਣਗੇ। ਫਿਰ ਇਹ ਆਮ ਬੰਦੇ ਫਿਰ ਕਿੱਥੇ ਜਾਣਗੇ? ਪਰ ਪ੍ਰਕਿਰਤੀ ਆਪਣੇ ਰੂਲ ਚੇਂਜ ਕਰ ਦਿੰਦੀ ਆ, ਉਹ ਉੱਥੋਂ ਕੰਮ ਕਰਾਉਣਾ ਹੀ ਕਰਾਉਣਾ ਨੇ। ਇਹ ਦੇਖੋ, ਇਹ ਗਹਿਰੀ ਗੱਲ ਹੈਗੀ ਜੇ ਮੈਂ ਤੁਹਾਨੂੰ ਦੱਸੀ। ਇਹਦਾ ਕਾਰਨ ਕੀ ਆ? ਕਿਉਂਕਿ ਪਰਮਾਤਮਾ ਵੀ ਚਾਹੁੰਦਾ ਸੱਚ ਜਿੰਦਾ ਰਵੇ। ਉਹ ਚਾਹੁੰਦਾ ਕਿ ਜੇ ਕੋਈ ਦੂਜਿਆਂ ਦਾ ਭਲਾ ਕਰਨਾ ਚਾਹੁੰਦਾ, ਦੂਜੇ ਦੀ ਸਪੋਰਟ ਕਰਨਾ ਚਾਹੁੰਦਾ, ਉਹ ਕਹਿੰਦੇ ਨੇ ਕਿਸੇ ਦੀ ਸਵਾਹ ਦੀ ਕੁੜੀ ਨਾਲ ਵੀ ਬੰਦਾ ਠੀਕ ਹੋ ਜਾਂਦਾ। ਇਹ ਸੱਚ ਹੈ। ਡਿਪੈਂਡ ਉਹਨੇ ਦਿੱਤੀ ਕਿਸ ਰੂਪ ਚ ਆ, ਉਹ ਤੁਹਾਨੂੰ ਕਿਸ ਰੂਪ ਦੇ ਵਿੱਚ ਤੁਹਾਨੂੰ ਚੀਜ਼ ਦੇ ਰਿਹਾ, ਤੇ ਉੱਥੇ ਅਸਰ ਹੋਵੇਗਾ, ਜ਼ਰੂਰ ਹੋਵੇਗਾ ਜੀ। ਹਾਂਜੀ, ਕਥਾ ਨਿਜਰ ਸਾਹਿਬ, ਆ ਜਾਈਏ ਕਥਾ ਤੇ। ਹਾਂਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮਕਲੀ ਪਾਤਸ਼ਾਹੀ 10ਵੀਂ। ਰੇ ਮਨ ਐਸੋ ਕਰ ਸੰਨਿਆਸਾ। ਮਹਾਰਾਜ ਕਹਿੰਦੇ ਆ, ਭਗਤੀ ਕਰਨੀ ਹੈ ਪਿਆਰਿਆ, ਸੰਨਿਆਸੀ ਬਣਨਾ ਹੈ, ਤੇ ਇਹ ਤੇਰੀ ਤਿਰਗੁਣੀ ਮਾਇਆ ਜਿਹੜੀ ਹੈਗੀ, ਇਹ ਤਮੋ ਸਤੋ ਰਜੋ, ਇਹ ਤਿਰਗੁਣੀ ਮਾਇਆ ਜਿਹੜੀ ਹੈਗੀ, ਇਹਦੇ ਤੋਂ ਉੱਪਰ ਉੱਠਣਾ ਹੈ, ਵਿਚਾਰਾਂ ਤੋਂ ਉੱਪਰ ਜਾਣਾ ਹੈ, ਤੇ ਪਿਆਰਿਆ ਸੰਨਿਆਸ ਕਰਨਾ ਪਊਗਾ। ਔਰ ਮਨ ਦਾ ਸੰਨਿਆਸ ਆ। ਮਨ ਨੂੰ ਜਿਹੜਾ ਹੈਗਾ, ਇਹ ਸਾਰੀ ਗੇਮ ਮਨ ਦੀ ਹੈਗੀ, ਇਹ ਮਨ ਦੇ ਉੱਤੇ ਸਾਰੇ ਰੂਲ ਲਾਗੂ ਕਰਨੇ ਪੈਣੇ ਆ। ਰੇ ਮਨ ਐਸੋ ਕਰ ਸੰਨਿਆਸਾ। ਇਹੋ ਜਿਹਾ ਸੰਨਿਆਸ ਕਰ ਮੇਰੇ ਮਨਾ, ਬਾਹਰ ਜਾ ਕੇ ਸੰਨਿਆਸੀ ਨਾ ਬਣ, ਕੱਪੜਿਆਂ ਵਾਲਾ, ਦਿੱਖ ਵਾਲਾ, ਰੂਪ ਵਾਲਾ, ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਵੇਸ ਵਾਲਾ, ਭੇਖ ਵਾਲਾ ਸੰਨਿਆਸ ਨਾ ਬਣ। ਆ ਜਿਹੜਾ ਮਨ ਦਾ ਸੰਨਿਆਸੀ ਹੋ ਜਾ ਪਿਆਰਿਆ। ਰੇ ਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਦੇਖ ਲਾ ਪਿਆਰਿਆ, ਮਨ ਨੂੰ ਉਦਾਸ ਕਰ ਲਾ ਬਸ। ਭਾਵੇਂ ਤੂੰ ਜਿਹੜਾ ਹੈਗਾ ਬਨ ਦੇ ਵਿੱਚ ਬੈਠਾ ਹੈ, ਭਾਵੇਂ ਤੂੰ ਸਦਨ ਦੇ ਵਿੱਚ ਬੈਠਾ ਹੈ, ਸ਼ਹਿਰ ਦੇ ਵਿੱਚ, ਘਰ ਦੇ ਵਿੱਚ, ਸ਼ੋਰ ਦੇ ਵਿੱਚ ਬੈਠਾ ਹੈ, ਮਨ ਨੂੰ ਉਦਾਸ ਕਰ ਲਾ ਬਸ, ਤੇਰੀ ਗੱਲ ਬਣ ਜਾਏਗੀ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਏ ਉਦਾਸਾ ਰਹਾਓ। ਹਾਂਜੀ ਗੋਰਖੀ ਸਾਹਿਬ। ਹੁਣ ਦੇਖੋ, ਉੱਥੇ ਪਹਿਲੀ ਤੁਕ ਚੋਂ ਤੁਹਾਨੂੰ ਗਹਿਰਾ ਗਿਆਨ ਕਰਾ ਦੇ। ਰੇ ਮਨ ਐਸੋ ਕਰ ਸੰਨਿਆਸਾ। ਮਤਲਬ ਉਹ ਕਹਿੰਦੇ ਕਿ ਤੂੰ ਏਦਾਂ ਦਾ ਸੰਨਿਆਸ ਕਰ। ਸੰਨਿਆਸੀ, ਤੁਹਾਨੂੰ ਪਤਾ ਨਹੀਂ, ਕਈ ਲੋਕ ਸੰਨਿਆਸੀ ਬਣ ਜਾਂਦੇ ਨੇ, ਸੰਨਿਆਸ ਲੈ ਲੈਣਾ। ਜਿੱਦਾਂ ਆਪਾਂ ਰਿਟਾਇਰਮੈਂਟ ਲੈ ਲੈਂਦੇ ਨਾ, ਇਸੇ ਤਰ੍ਹਾਂ ਹੀ ਇਹ ਲੋਕ ਜੀਵਨ ਤੋਂ ਸੰਨਿਆਸ ਲੈ ਗਏ, ਦੁਨੀਆ ਤੋਂ। ਘਰ ਬਾਰ ਦਾ ਤਿਆਗ ਕਰਤਾ। ਉਹ ਕਹਿੰਦੇ ਆ ਕਿ ਇਹ ਜਿਹੜੀਆਂ ਖੁਸ਼ੀ ਦੇਣ ਵਾਲੇ ਪ੍ਰੋਡਕਟ ਹੁੰਦੇ ਨਾ, ਜਿੱਦਾਂ ਮਤਲਬ ਰਾਗ ਰਸ ਵਗੈਰਾ, ਉਹਨਾਂ ਦਾ ਤਿਆਗ ਕਰ ਦੇਣਾ। ਫਿਰ ਉਹ ਐਸੀ ਜਗ੍ਹਾ ਤੇ ਰਹਿਣਾ ਜਿੱਥੇ ਬਹੁਤ ਘੱਟ ਫੈਸਿਲਿਟੀਆਂ, ਬਹੁਤ ਘੱਟ ਸਹੂਲਤਾਂ, ਠੀਕ ਹੈ, ਉੱਥੇ ਰਹਿਣਾ। ਸੰਨਿਆਸੀ ਹੋ ਜਾਂਦੇ। ਪਰ ਉਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਰੇ ਮਨ
ਤੋ ਕਰ ਸੰਨਿਆਸਾ, ਤੂੰ ਏਦਾਂ ਦਾ ਸੰਨਿਆਸ ਕਰ। ਅਗਲੀ ਤੁਕ ਚ ਫਿਰ ਸਮਝਾ ਰਹੇ ਨੇ ਕਿੱਦਾਂ ਦਾ ਸੰਨਿਆਸ ਕਰਨਾ। ਬੰਸੇ ਸਦਨ ਸਭੇ ਕਰ ਸਮਝੋ, ਮਨ ਹੀ ਮੈਂ ਉਦਾਸਾ। ਤੂੰ ਰਹਿ ਇੱਥੇ ਹੀ, ਪਰ ਤੂੰ ਮਨ ਦੇ ਤੌਰ ਤੇ ਉਦਾਸਹੀਨ ਹੋ ਜਾ। ਉਦਾਸ ਵਿਰਾਗੀ, ਦੇਖੋ ਵਿਰਾਗ ਭਗਤੀ ਤੋਂ ਬਿਨਾਂ ਤੇ ਪੈਦਾ ਨਹੀਂ ਹੋਣਾ। ਇਹ ਉਹ ਕਹਿ ਰਹੇ ਨੇ ਕਿ ਤੂੰ ਮਤਲਬ ਏਦਾਂ ਦਾ ਸੰਨਿਆਸ ਕਰ, ਤੂੰ ਸੰਸਾਰ ਨੂੰ ਛੱਡ ਕੇ ਨਾ ਭੱਜ, ਤੂੰ ਰਹਿ ਸੰਸਾਰ ਦੇ ਵਿੱਚ ਹੀ, ਪਰ ਤੇਰੇ ਅੰਦਰ ਜਿਹੜੀ ਤੇਰੀ ਸੁਰਤੀ ਬਾਹਰ ਮੁਖੀ ਹੈ, ਉਹ ਬਾਹਰ ਮੁਖੀ ਨਾ ਹੋਵੇ, ਤੇਰੇ ਅੰਦਰ ਹੀ ਸਥਿਰ ਰਵੇ। ਬਿਲਕੁਲ। ਆਤਮਾ ਤੱਤ ਚ ਜਦੋਂ ਸੁਰਤੀ ਜਾਂਦੀ ਹੈ ਨਾ, ਦੇਖੋ ਇਹ ਤੁਹਾਨੂੰ ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਮੈਂ ਆਪ ਜੀ ਨੂੰ ਥੋੜਾ ਸਰਲ ਕਰਾਂ। ਦੇਖੋ ਤੁਹਾਡੇ ਅੰਦਰ ਦੋ ਤੱਤ ਨੇ, ਇੱਕ ਮਨ ਹੈ, ਇੱਕ ਆਤਮਾ ਹੈ, ਠੀਕ ਹੈ। ਆਤਮਾ ਜਿਹੜੀ ਬੜੀ ਸ਼ੁੱਧ ਹੈ, ਬਹੁਤ ਪਵਿੱਤਰ ਹੈ। ਜਦੋਂ ਤੁਸੀਂ ਉਹਦਾ ਸੰਗ ਕਰਦੇ ਹੋ ਨਾ, ਬਾਣੀ ਚ ਕਈ ਵਾਰੀ ਆਉਂਦਾ ਨਾ, ਪਾਰਸ ਹੈਗੀ ਆ, ਉਹ ਕੰਚਨ ਕਰ ਦਿੰਦੇ ਨੇ ਉਹ ਤੁਹਾਨੂੰ ਜਾਂ ਮੈਨੂੰ। ਹੁਣ ਪਾਛਾ ਹੀ ਏਦਾਂ ਦੀ ਹੁਣ ਗੱਲ ਕਰਨ ਦਾ ਤਰੀਕਾ ਹੀ ਇਹੋ, ਠੀਕ ਹੈ। ਕੰਚਨ ਕਿੱਦਾਂ ਹੋਵਾਂਗੇ ਆਪਾਂ? ਕੰਚਨ ਤੇ ਤਾਂ ਹੀ ਹੋਵਾਂਗੇ ਨਾ ਪਾਰਸ ਦੇ ਲਾਗੇ ਜਾਵਾਂਗੇ। ਪਾਰਸ ਕੀ ਹੈ? ਸਾਡੀ ਆਤਮਾ। ਪਰ ਆਤਮਾ ਤੋਂ ਪਹਿਲਾਂ ਮਨ ਹੈਗਾ। ਬਿਲਕੁਲ। ਮਨ ਦੇ ਅੰਦਰ ਆਤਮਾ। ਉਹ ਜਿੰਨ ਨਹੀਂ ਹੈਗਾ ਸੀ ਅਲਾਦੀਨ ਦੇ ਚਿਰਾਗ ਦੇ ਵਿੱਚ, ਉਹ ਚਿਰਾਗ ਦੇ ਵਿੱਚ ਜਿੰਨ ਰਹਿੰਦਾ ਸੀ, ਉਸੇ ਤਰ੍ਹਾਂ ਸਾਡੀ ਆਤਮਾ ਜਿਹੜੀ ਮਨ ਦੇ ਅੰਦਰ ਹੈ। ਹੁਣ ਦੇਖੋ ਮਨ ਜਿਹੜਾ ਹੈ ਤੁਹਾਡਾ, ਉਹ ਕਿੱਦਾਂ ਕੰਮ ਕਰਦਾ ਹੈ? ਮਨ ਕੋਈ ਵੱਖਰੀ ਚੀਜ਼ ਨਹੀਂ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਰਾਗ ਤੇ ਦਵੈਸ਼, ਇਹ ਮਨ ਹੈ। ਇਹ ਸੰਸਾਰ ਦੇ ਨਾਲ ਤੁਹਾਨੂੰ ਜੋੜ, ਇਹ ਤੁਹਾਨੂੰ 84 ਦੇ ਵਿੱਚ ਲੈ ਕੇ ਜਾਂਦਾ। ਆਤਮਾ ਜਿਹੜੀ ਹੈ ਇਹਨਾਂ ਤੋਂ ਅੱਗੇ ਸਤਾ ਹੈ। ਆਤਮਾ ਦਾ ਇਹਨਾਂ ਦੇ ਨਾਲ ਲੈਣਾ ਦੇਣਾ ਕੁਛ ਨਹੀਂ ਹੈ। ਤੁਹਾਡੀ ਸੁਰਤੀ ਆਤਮਾ ਦੇ ਵਿੱਚ ਪਹੁੰਚਣੀ ਬਹੁਤ ਜ਼ਰੂਰੀ ਆ, ਸਰੀਰ ਦਾ ਤਿਆਗ ਕਰਨ ਤੋਂ ਪਹਿਲਾਂ। ਇਹ ਬੜਾ ਇੰਪੋਰਟੈਂਟ ਸਵਾਲ ਜੀ। ਇਹ ਕਬੀਰ ਜੀ ਫਿਰ ਉਸ ਚੀਜ਼ ਨੂੰ ਤਸਦੀਕ ਕਰਦੇ ਆ, ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਤੇ ਮਰਨ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿ ਉਸ ਸਬਜੈਕਟ ਨੂੰ, ਉਸ ਪੇਪਰ ਨੂੰ ਮੈਂ ਆਲਰੇਡੀ ਜਿੰਦੇ ਚ ਪਾਸ ਕਰ ਲਿਆ ਹੈ। ਮੈਂ ਆਤਮਾ ਚ ਚੱਲ ਗਿਆ, ਉੱਥੇ ਦੋਸ਼ ਨਹੀਂ ਹੈਗਾ। ਉੱਥੇ ਕੋਈ ਕਬੀਰ ਜੀ ਮੈਨੂੰ ਦੱਸੋ, ਕਬੀਰ ਜੀ ਫਿਰ ਕਿੱਦਾਂ ਸੂਤ ਆਪਣਾ ਕੱਤ ਕੇ ਲੋਕਾਂ ਨੂੰ ਖਵਾ ਰਹੇ ਨੇ ਆਪਣੇ ਪੈਸੇ, ਨਾ ਕਿ ਦੇਖੋ ਲੋਕਾਂ ਕੋਲ ਲੈ ਨਹੀਂ ਰਹੇ ਹੋ। ਇਹ ਚੀਜ਼ ਨੂੰ ਆਪ ਪਲੀਜ਼ ਅੰਡਰਸਟੈਂਡ ਕਰੋ। ਕਿਤੇ ਇਹ ਵਹਿਮ ਨਾ ਪਾ ਲਿਓ ਕਿ ਕਬੀਰ ਜੀ ਨੇ ਲੋਕਾਂ ਦੇ ਪੈਸੇ ਦਾ ਲੰਗਰ ਲਾਇਆ। ਕਬੀਰ ਜੀ ਦੀ ਮਾਂ ਰੌਲਾ ਪਾਉਂਦੀ ਆ, ਕਹਿੰਦੀ ਆ ਕਿ ਬਈ ਇਹ ਕੀ ਕਰਨੇ ਆ। ਗੁਰੂ ਗੋਬਿੰਦ ਸਿੰਘ ਜੀ ਵੇਖੋ, ਆਪ ਆਪਣਾ ਵਾਰਤਾ ਇਹਨਾਂ ਨੇ। ਬਿਲਕੁਲ। ਕਬੀਰ ਜੀ ਦੀ ਮਾਂ ਕਹਿੰਦੀ ਦੇਖੋ ਸਾਡੇ ਬੱਚਿਆਂ ਵਾਸਤੇ ਤਾਂ ਛੋਲੇ ਦਿੰਦਾ ਹੈ ਖਾਣ ਵਾਸਤੇ, ਦੂਜੇ ਜਿਹੜੇ ਸਤਸੰਗੀ ਆਉਂਦੇ ਉਹਨਾਂ ਦੇ ਵਾਸਤੇ ਰੋਟੀਆਂ ਬਣਾਉਂਦਾ ਹੈ, ਬੱਚੇ ਮੇਰੇ ਜਿਹੜੇ ਪੁੰਜੇ ਸੌਂਦੇ ਆ ਉਹਨਾਂ ਨੂੰ 4 ਪਾਈਆਂ ਦਿੰਦਾ ਹੈ। ਉਹ ਤਾਂ ਕਬੀਰ ਜੀ ਮਾਂ ਤਾਂ ਰੌਲਾ ਪਾ ਰਹੀ ਹੈ। ਹਾਂ, ਕਬੀਰ ਜੀ ਦੀ ਮਾਂ ਉਹਦੇ ਵਿੱਚ ਬਾਣੀ ਦੇ ਵਿੱਚ ਬੋਲ ਰਹੇ ਨੇ, ਉਹਨਾਂ ਦਾ ਕਰੈਕਟਰ ਆ ਰਿਹਾ ਹੈ। ਕਿਉਂਕਿ ਕਬੀਰ ਜੀ ਦੀ ਮਾਂ, ਹੁਣ ਦੇਖੋ ਮੈਂ ਘਰ ਬੈਠਾ ਹਾਂ ਤੇ ਮੇਰੀ ਫੈਮਿਲੀ ਦਾ ਕੋਈ ਗੱਲਬਾਤ ਨਾ ਹੋਵੇ ਤੇ ਏਦਾਂ ਕਿੱਦਾਂ ਹੋ ਸਕਦਾ? ਉਹਨਾਂ ਨੇ ਉਹਨਾਂ ਵਿੱਚ, ਕਿਉਂਕਿ ਮੇਰੇ ਬਹੁਤ ਕਲੋਜ਼ ਮੇਰੇ ਰਿਸ਼ਤੇਦਾਰ ਨੇ ਉਹ। ਬਿਲਕੁਲ। ਹੁਣ ਇੱਥੇ ਆਪਾਂ ਦੇਖੀਏ ਮਨ ਜਿਹੜਾ ਹੈ, ਮਨ ਕੀ ਕਹਿੰਦਾ ਹੈ? ਮਨ ਸਾਨੂੰ ਇਹਨਾਂ ਦੇ ਬਣਦਾ। ਹੁਣ ਦੇਖੋ ਆਤਮਾ ਦੇ ਵਿੱਚ ਤੁਹਾਡੀਆਂ ਜੜ੍ਹਾਂ ਜਾਣ, ਕਿ ਇਹਨੇ ਆਤਮਾ ਨੇ ਤੁਹਾਡੇ ਅੰਦਰ ਵਿਰਾਗ ਪੈਦਾ ਕਰਨਾ ਹੈ। ਵਿਰਾਗ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਸੰਨਿਆਸੀ ਗੱਲ ਕਰਦੇ ਨਾ, ਸੰਨਿਆਸ, ਮੇਰੇ ਰੇ ਮਨ, ਦੇਖੋ ਤੁਕ ਨੂੰ ਫਿਰ ਸਮਝੋ। ਰੇ ਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭੇ ਕਰ ਸਮਝੋ, ਮਨ ਹੀ ਮੈਂ ਉਦਾਸਾ। ਮਨ ਦੇ ਹੁੰਦਿਆਂ ਤੁਸੀਂ ਉਦਾਸੀਨ ਹੋ ਜਾਓ। ਮਨ ਦੇ ਵਿੱਚ ਉਦਾਸੀ ਆ ਜਾਏ। ਉਦਾਸੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੜ ਕੇ ਝਗੜ ਕੇ ਘਰੇ ਦੁਖੀ ਹੋ ਕੇ ਬਹਿ ਜਾਓ। ਰਹਿਣਾ ਸੰਸਾਰ ਚ ਹੀ ਹੈ, ਪਰ ਮਨ ਦੀ ਜਿਹੜੀ ਖਿੱਚ ਆ ਉਹ ਖਤਮ ਹੋ ਜਾਏ। ਜੋ ਕੁਛ ਚੋਗਾ ਪਿਆ ਹੋਇਆ ਗੋਰਖੀ ਸਾਹਿਬ, ਸਾਰੇ ਪਦਾਰਥ ਹੈਗੇ ਆ ਔਰ ਓਨਾ ਹੀ ਲੈ ਰਹੇ ਆ ਆਪਾਂ ਜਿੰਨੀ ਕੁ ਆਪਣੀ ਡਿਮਾਂਡ ਹੈਗੀ, ਜਿੰਨੀ ਕੁ ਆਪਣੀ ਜਿਹੜੀ ਹੈ ਜ਼ਰੂਰਤ ਹੈਗੀ ਆ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਭਾਵੇਂ ਤੁਸੀਂ ਕਰੋੜ ਰੁਪਇਆ ਵੀ ਕਮਾ ਲਓ ਰੋਜ਼ ਦਾ, ਕੋਈ ਫਰਕ ਨਹੀਂ ਆ, ਪਰ ਇਹ ਕਿ ਤੁਹਾਡੀ ਵਿਧੀ ਸਹੀ ਹੋਣੀ ਚਾਹੀਦੀ ਹੈ। ਬਿਲਕੁਲ। ਕਿਉਂਕਿ ਆਤਮਾ ਕੁਛ ਕੰਮ ਕਰਨ ਤੋਂ ਮਨਾ ਨਹੀਂ ਕਰਦੀ। ਆਤਮਾ ਕਹਿੰਦੀ ਤੂੰ ਕੰਮ ਕਰ, ਜਿੰਨਾ ਮਰਜ਼ੀ ਕਮਾਈ ਜਾ, ਪਰ ਤੇਰਾ ਜਿਹੜਾ ਰੋਂਗ ਪਲੇ ਨਹੀਂ ਹੋਣਾ ਚਾਹੀਦਾ। ਰੋਂਗ ਪਲੇ ਜਿਹੜਾ ਵਾ ਆਤਮ ਦਾਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਪਰੇ ਹੋਣਾ ਚਾਹੀਦੀ ਹੈ ਤੇਰੀ ਆਪਣੀ ਅਵਸਥਾ। ਜੇਕਰ ਤੇਰੀਆਂ ਜੜ੍ਹਾਂ ਇਹਨਾਂ ਵਿੱਚ ਆ ਰਹੀਆਂ ਨੇ, ਇਹਦਾ ਮਤਲਬ ਤੂੰ ਆਤਮਾ ਤੋਂ ਦੂਰ ਜਾ ਰਿਹਾ। ਦੇਖੋ ਇਹਨਾਂ 'ਚ ਜੜ੍ਹਾਂ ਕਾਰਨ
ਜਾਣ ਦਾ ਕਾਰਨ ਇੱਕ ਸਿੰਪਲ ਜਿਹਾ ਹੈ, ਤੁਸੀਂ ਧਰਮ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿਓ ਤੇ ਆਤਮਾ ਨਾਮ ਦੀ ਕੋਈ ਚੀਜ਼ ਨਹੀਂ ਤੁਹਾਡੇ ਕੋਲ ਮਿਲਣੀ। ਧਰਮ ਇੱਕ ਐਸਾ ਧੁਰਾ ਵਾ ਇਸ ਬ੍ਰਹਮ ਦਾ। ਤੁਸੀਂ ਧਰਮ ਨੂੰ ਆਪਣੇ ਜੀਵਨ ਚ ਲੈ ਆਓ। ਧਰਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਜੋ ਮੇਰਾ ਹੈ ਉਹ ਮੇਰਾ ਹੈ। ਨਿੱਜਰ ਸਾਹਿਬ, ਬਿਲਕੁਲ, ਜੋ ਮੇਰਾ ਹੈ ਉਹ ਮੇਰਾ ਹੈ, ਤੇ ਜੋ ਮੇਰਾ ਨਹੀਂ ਹੈ ਭਾਵੇਂ ਮੇਰੇ ਕੋਲ ਪਿਆ ਹੈ, ਅਗਲੇ ਨੂੰ ਨਹੀਂ ਪਤਾ ਹੈ, ਪਰ ਉਹ ਮੇਰਾ ਨਹੀਂ ਆ। ਧਰਮ ਦਾ ਮਤਲਬ ਇਹੋ ਹੀ ਆ ਕਿ ਜੋ ਮੇਰੀ ਥਾਲੀ ਚ ਹੈ ਉਹ ਮੇਰਾ ਹੈ। ਜੋ ਮੈਂ ਕੰਮ ਨਹੀਂ ਕੀਤਾ, ਜੋ ਮੈਂ ਮਿਹਨਤ ਨਹੀਂ ਕੀਤੀ, ਮੈਂ ਕਲੇਮ ਨਹੀਂ ਕਰ ਸਕਦਾ, ਉਹ ਲੈ ਨਹੀਂ ਸਕਦਾ। ਧਰਮ ਦਾ ਮਤਲਬ ਕੇਵਲ ਤੁਹਾਡਾ। ਬੜਾ ਜ਼ਬਰਦਸਤ ਜੀਵਨ ਉਹੀ ਹੁੰਦਾ ਵਾ ਜਿੱਥੇ ਧਰਮ ਹੁੰਦਾ ਹੈ। ਜਿੱਥੇ ਧਰਮ ਨਹੀਂ ਆ ਉਹ ਫਿਰ ਬੰਦੇ ਨੂੰ ਤੇ ਪਤਾ ਹੀ ਕੁਛ ਨਹੀਂ, ਵਿਚਾਰੇ ਨੂੰ ਉਹ ਕੁਛ ਵੀ ਕਰ ਸਕਦਾ ਕਿਉਂਕਿ ਕੋਈ ਧਰਮ ਨਹੀਂ ਹੈਗਾ। ਧਰਮ ਤੁਹਾਡੀ ਇੱਕ ਅੱਖ ਆ, ਉਹ ਤੁਹਾਡੀ ਆਤਮਾ ਹੈ। ਜਿੰਨਾ ਚਿਰ ਤੱਕ ਤੁਹਾਡੀ ਸੁਰਤੀ ਆਤਮਾ ਤੱਤ ਚ ਨਹੀਂ ਜਾਂਦੀ, ਤੁਹਾਡੇ ਜੀਵਨ ਚ ਧਰਮ ਨਹੀਂ ਆ ਸਕਦਾ। ਨਿੱਜਾ ਸਾਹਿਬ, ਇਹ ਪਰਫੈਕਟ ਗੱਲ ਜੇ, ਬਿਲਕੁਲ 101%। ਕਿਉਂਕਿ ਧਰਮ ਤੋਂ ਬਿਨਾਂ ਤੇ ਬੰਦਾ ਫਿਰ ਉਹਨੂੰ ਤੇ ਦਿਖਦਾ ਹੀ ਕੁਛ ਨਹੀਂ। ਬਿਲਕੁਲ। ਹੁਣ ਇਹ ਤੁਸੀਂ ਵੇਖੋ ਨਜ਼ਰ, ਇਹ ਜਿੰਨੇ ਵੀ ਤੁਹਾਡੇ ਲਾਗੇ ਲੋਕ ਨਜ਼ਰ ਆਉਣਗੇ, ਇਹਨਾਂ ਦੇ ਜੀਵਨ ਚ ਧਰਮ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਪਰ ਇਹ ਕਹਿੰਦੇ ਨੇ ਕਿ ਜਦ ਤੱਕ ਤੇਰੇ ਜੀਵਨ ਚ ਧਰਮ ਨਹੀਂ ਆਉਂਦਾ, ਉਹਨਾਂ ਚਿਰ ਤੱਕ ਤੂੰ ਸੰਨਿਆਸੀ ਨਹੀਂ ਹੋ ਸਕਦਾ। ਤੂੰ ਮਨ ਦੇ ਵਿੱਚ ਹੋ ਕੇ ਵੀ ਉਦਾਸੀ ਨਹੀਂ ਹੋ ਸਕਦਾ। ਕਿਉਂਕਿ ਜੋ ਵੀ ਤੂੰ ਕਰ ਰਿਹਾ ਫਿਰ ਉਹ ਨਕਲੀ ਹੈ, ਉਹ ਅਸਲੀ ਨਹੀਂ ਹੈਗਾ। ਹਾਂਜੀ ਨੇਜਾ ਸਾਹਿਬ, ਕਿਉਂਕਿ ਦੇਖੋ ਇੱਕ ਮਨ ਆ, ਇੱਕ ਆਤਮਾ ਹੈ। ਮਨ ਜਿਹੜਾ ਹੈ ਉਹ ਮਰਦਾ ਨਹੀਂ ਹੈ ਜਿੰਨਾ ਚਿਰ ਤੱਕ ਤੁਸੀਂ ਇਹਨੂੰ ਮਾਰਦੇ ਨਹੀਂ। ਮਨ ਤੁਹਾਡਾ ਹੈ, ਤੁਹਾਡਾ ਹੋਣਾ ਹੀ ਮਨ ਹੈ। ਮੈਂ ਇੱਥੇ ਬੈਠਾ ਨਾ, ਮੇਰੀ ਹੋਣ ਦੀ ਮੇਰਾ ਮਨ ਹੈ। ਕਿਉਂ? ਕਿਉਂਕਿ ਮੈਂ ਕੁਛ ਨਾ ਕੁਛ ਬੰਨ ਕੇ ਰੱਖਿਆ ਮਨ ਦੇ ਨਾਲ। ਤੇ ਮਨ ਨੂੰ ਤੁਸੀਂ ਫਿਰਦੀ ਉਹ ਚੀਜ਼ ਇੱਛਾ ਸ਼ਕਤੀ ਹੁੰਦੀ ਹੈ। ਇੱਛਾ ਚਾਹੇ ਕਾਮ ਦੀ ਆ, ਕ੍ਰੋਧ ਦੀ ਆ, ਲੋਭ ਦੀ ਆ, ਮੋਹ ਦੀ, ਹੰਕਾਰ ਦੀ ਆ। ਤੁਸੀਂ ਜਿਹੜੀ ਵੀ ਚੀਜ਼ ਨੂੰ ਚਲਾਉਂਦੇ ਜੋ ਨਾ, ਉਹ ਤੁਹਾਡੇ ਮਨ ਦੇ ਵਿੱਚ ਜੁੜੀ ਹੋਈ ਆ। ਉਹ ਮਨ ਨੂੰ ਲੈ ਜਾਏਗੀ। ਤੁਸੀਂ ਮੱਝ ਨੂੰ ਵੇਖਿਆ ਨਾ, ਉਹਦੇ ਗਲ 'ਚ ਚੇਨ ਪਾਈ ਹੁੰਦੀ ਹੈ, ਨਿੱਜੇ ਸਭ ਖਿੱਚੀ ਫਿਰਦੀ ਨਾ ਚੇਨ। ਬਿਲਕੁਲ ਇਸੇ ਤਰ੍ਹਾਂ ਮਨ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਤੇ ਚੇਨ ਹੈਗੀ ਇੱਛਾ। ਔਰ ਸਾਡੀਆਂ ਕਈ ਵਾਰੀ ਇੱਛਾਵਾਂ ਏਡੀਆਂ ਵੱਡੀਆਂ ਹੁੰਦੀਆਂ ਨਾ, ਮੈਨੂੰ ਲੱਗਦਾ 40-50 ਜਨਮ ਲੱਗਣਗੇ ਉਹਨਾਂ ਨੂੰ ਪੂਰਾ ਹੋਣ ਲਈ। ਇੰਨਾ ਜ਼ਿਆਦਾ ਕਈ ਵਾਰੀ ਆਪਾਂ ਦੂਰ ਚੱਲ ਜਾਂਦੇ ਆ। ਹਰ ਦਿਨ ਦੇਖੋ ਤੁਹਾਡਾ ਮਨ ਕਿੱਦਾਂ ਉਡਾਰੀਆਂ ਮਾਰਦਾ ਹੈ। ਜਦ ਕਿ ਮਨ ਕਿਤੇ ਵੀ ਮਨ ਨੇ ਤ੍ਰਿਪਤ ਨਹੀਂ ਹੋਣਾ, ਭਾਵੇਂ ਤੁਸੀਂ ਸਾਰੀ ਦੁਨੀਆ ਦੇ ਰਾਜੇ ਬਣ ਜਾਓ। ਇਸੇ ਲਈ ਬਾਣੀ ਇੱਕ ਗੱਲ ਨੂੰ ਫੇਰ ਸਮਝਾਉਂਦੀ ਆ, ਸਾਨੂੰ ਕਿਤੇ ਕਨਫਿਊਜ਼ਨ ਕ੍ਰੀਏਟ ਨਹੀਂ ਕਰਦੀ, ਪੁਆਇੰਟ ਟੂ ਪੁਆਇੰਟ ਗੱਲ ਕਰਦੀ ਆ। ਸਰਬ ਜਗਤ ਕਾ ਰਾਜਾ ਦੁਖੀਆ। ਤੇਰੇ ਮਨ ਚ ਨਾ ਹੋਵੇ ਕਿ ਤੂੰ ਰਾਜਾ ਬਣ ਜਾਏਗਾ ਤੇ ਸੁਖੀ ਹੋ ਜਾਏਗਾ। ਨਿੱਜਾ ਸਭ ਸਹੀ ਹੈ ਨਾ? ਬਿਲਕੁਲ ਸਹੀ ਹੈ ਜੀ। ਪਰ ਇਹਦਾ ਕਾਰਨ ਇਹ ਆ ਕਿ ਤੂੰ ਨਹੀਂ ਸੁਖੀ ਹੋ ਸਕਦਾ, ਕਿਉਂਕਿ ਤੈਨੂੰ ਦੱਸ ਦਿੰਦੇ ਆ, ਤੂੰ ਕਿਤੇ ਮਨ ਚ ਨਾ ਸੋਚ ਕੇ ਬਹਿ ਜਾਈਂ ਕਿ ਮੈਂ ਸ਼ਾਇਦ ਇਹ ਪਦਾਰਥਾਂ ਨੂੰ ਪ੍ਰਾਪਤ ਕਰਕੇ ਸੁਖੀ ਹੋ ਜਾਊਂਗਾ। ਕਿਤੇ ਹਰ ਕਾ ਨਾਮ ਜਪਤ ਹੋ ਸੁਖੀ ਆ, ਨਾਲ ਹੀ ਕ੍ਰੀਏਟ ਕਰਦੇ ਉਹ ਚੀਜ਼ ਨੂੰ। ਠੀਕ ਹੈ, ਅਗਲੀ ਤੁਕ ਬੋਲੋ ਨਿੱਜਾ ਸਾਹਿਬ। ਰਹਾਓ ਜਤ ਕੀ ਜਟਾ ਜੋਗ ਕੋ ਮਜਨ ਨੇਮ ਕੇ ਨਖਨ ਬੜਾਓ। ਹੁਣ ਜੋਗੀ ਲੋਕ ਕੀ ਕਰਦੇ ਸੀ, ਜਿਹੜੀਆਂ ਜਟਾਵਾਂ ਵਧਾ ਲੈਂਦੇ ਸੀਗੇ, ਨੌ ਵਧਾ ਲੈਂਦੇ ਸੀਗੇ, ਹੋਰ ਜਿਹੜੇ ਹੈਗੇ ਹੋਰ ਬਾਹਰੀ ਜਿਹੜਾ ਸਰੀਰਿਕ ਜਿਹੜੇ ਤੌਰ 'ਤੇ ਜਿਹੜਾ ਹੈਗਾ ਇਹ ਭੇਖ ਤੇ ਆਪਣਾ ਜਿਹੜਾ ਵੇਸ ਬਦਲ ਲੈਂਦੇ ਸੀਗੇ। ਮਹਾਰਾਜ ਕਹਿੰਦੇ ਨਹੀਂ ਭਾਈ ਨਹੀਂ, ਤੈਨੂੰ ਜਤ ਜਿਹੜਾ ਹੈਗਾ ਮਨ ਨੂੰ ਕੰਟਰੋਲ ਕਰਨਾ ਪੈਣਾ। ਤੈਨੂੰ ਮਨ ਨੂੰ ਕੰਟਰੋਲ ਕਰਨਾ ਪੈਣਾ, ਤਾਂ ਤੇਰੀਆਂ ਜਿਹੜੀਆਂ ਹੈਗੀਆਂ ਇਹ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੇ ਕੰਟਰੋਲ ਆਏਗਾ। ਜਤ ਕੀ ਜਟਾ ਜੋਗ ਕੋ ਮਜਨ। ਜੋਗ ਕੀ ਹੈ? ਪਰਮਾਤਮਾ ਦੇ ਨਾਲ ਜੁੜਨਾ ਹੈ। ਤੇ ਜੁੜਨ ਵਾਸਤੇ ਤੈਨੂੰ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਜਿਹੜਾ ਧਿਆਨ ਸਿਮਰਨ ਕਰਨਾ ਪਊਗਾ। ਆਪਣੇ ਵਿਚਾਰ ਛੱਡਣੇ ਪੈਣੇ ਆ, ਅੰਦਰ ਵੜਨਾ ਪੈਣਾ ਹੈ, ਆ ਭਗਤੀ ਕਰਨੀ ਪੈਣੀ ਹੈ। ਨੇਮ ਕੇ ਨਖਨ ਬੜਾਵੋ। ਨੇਮ ਦੇ ਨਾਲ ਕਰਨਾ ਪੈਣਾ ਹੈ। ਆ 9 ਵਧਾਉਣੇ ਪਾਏ। ਜੇ ਰੋਜ਼ ਜਿਹੜਾ ਨੇਮ ਦੇ ਨਾਲ ਕਰੇ, ਨਹੀਂ ਤਾਂ ਇੱਕ ਦਿਨ ਬਸ ਹੋ ਗਿਆ, ਜਿਹੜਾ ਹੈਗਾ ਮਨ ਦੇ ਵਿੱਚ ਬਲਬਲਾ ਆ ਗਿਆ, ਇੱਕ ਦਿਨ ਕਰਕੇ 10 ਦਿਨ ਨਹੀਂ ਕੀਤਾ, ਫਿਰ ਇੱਕ ਕਦੀ ਕਰ ਲਿਆ, ਫਿਰ 10 ਦਿਨ ਨਹੀਂ ਕੀਤਾ। ਐਵੇਂ ਤਾਂ ਚੱਲਦਾ ਨਹੀਂ ਹੈ ਭਾਈ। ਇਹ ਤਾਂ ਜਿਹੜਾ ਹੈਗਾ ਅਨ ਦਿਨ ਕਰਨੀ ਪੈਣੀ ਹੈ ਭਗਤੀ, ਹਰ ਰੋਜ਼ ਕਰਨੀ ਪੈਣੀ ਹੈ ਭਗਤੀ। ਆਹ ਨੇਮ ਹੋਣਾ ਚਾਹੀਦਾ ਹੈ। ਗਿਆਨ ਗੁਰੂ ਤੇ ਗਿਆਨ ਲੈਣਾ ਪਊਗਾ ਪਿਆਰਿਆ, ਕਿਉਂਕਿ ਜਿਹੜਾ ਹੈਗਾ ਆਪਾਂ ਨੂੰ ਕੀ ਪਤਾ, ਜਿਹੜਾ ਹੈ ਇਨਸਾਨ ਤਾਂ ਆਪਾਂ ਤਾਂ ਮਾਇਆ ਦੇ ਵਿੱਚ ਗਤੀ ਕਰ ਰਹੇ ਹਾਂ। ਆਪਣਾ ਤਾਂ ਕਾਰਨਸ਼ੀਲ ਬਹੁਤ ਵਧਿਆ ਪਿਆ ਹੈ, ਕਾਮ ਕ੍ਰੋਧ ਲੋਭ ਮੋਹੰਕਾਰ ਭਰਪੂਰ ਹੈ ਆਪਣੇ ਕੋਲ। ਆਪਾਂ ਨੂੰ ਕੀ ਪਤਾ ਵੀ ਭਗਤੀ ਕਿਵੇਂ ਕਰਨੀ ਔਰ ਕਿਹਦੀ ਕਰਨੀ ਹੈ ਔਰ ਕਦੋਂ ਕਰਨੀ ਹੈ।
ਇਹ ਗਿਆਨ ਹੋਣਾ ਚਾਹੀਦਾ ਹੈ ਵੀ ਜਿਹੜੇ ਪਾਸੇ ਜਾਣਾ ਆਪਣੇ ਆਪਾਂ ਨੂੰ ਪਤਾ ਤਾਂ ਹੋਏ ਆਹ ਰਸਤਾ ਹੈਗਾ ਭਾਈ, ਇਸ ਰਸਤੇ 'ਤੇ ਤੁਰਨਾ। ਇੱਥੇ ਤਾਂ ਹਜ਼ਾਰਾਂ ਹੀ ਰਸਤੇ ਆ, ਕੋਈ ਹਜ਼ਾਰਾਂ ਬੰਦੇ ਆ ਜਾਣਗੇ ਬ੍ਰਹਮ ਗਿਆਨੀ ਅਤੇ ਸੋ ਕਾਲਡ ਮਹਾਂਪੁਰਖ, ਕਹਿਣਗੇ ਸਾਡੇ ਮਹਾਂਪੁਰਖ ਕੋਲ ਚੱਲੋ ਜੀ, ਇੱਧਰ ਚੱਲੋ, ਉਹਨਾਂ ਨੇ ਲੈ ਜਾਣਾ ਖਿੱਚ ਕੇ। ਕਹਿੰਦੇ ਆਤਮਾ ਦਾ ਗਿਆਨ ਹੋਣਾ ਚਾਹੀਦਾ ਭਾਈ, ਆਤਮਾ ਦਾ ਗਿਆਨ, ਆਤਮਾ ਵੱਲ ਨੂੰ ਅੰਦਰ ਨੂੰ ਕੋਈ ਲੈ ਕੇ ਜਾਏ, ਉਹ ਗਿਆਨ ਚਾਹੀਦਾ ਹੈ। ਗਿਆਨ ਗੁਰੂ ਆਤਮ ਉਪਦੇਸੋ, ਆਤਮਾ ਦਾ ਉਪਦੇਸ਼ ਚਾਹੀਦਾ ਹੈ, ਐਵੇਂ ਲੱਲੂ ਪੱਜੂ ਗਿਆਨ ਨਹੀਂ ਚਾਹੀਦਾ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ, ਉਹਦੇ ਵਾਸਤੇ ਨਾਮ ਦੀ ਵਿਭੂਤੀ ਲਾਉਣੀ ਪੈਣੀ ਹੈ ਤੈਨੂੰ ਧਿਆਨ ਸਿਮਰਨ ਪਰਮੇਸ਼ਰ ਜਿਹੜਾ ਹੈਗਾ ਆਪਣੀ ਆਤਮਾ ਦੇ ਨੇੜੇ ਬੈਠਣਾ ਪੈਣਾ ਹੈ। ਇਹ ਨਾਮ ਕੀ ਹੈਗਾ? ਪੁਕਾਰ। ਇਹ ਹੈਗਾ ਨਾਮ ਜਿਹੜਾ ਹੈਗਾ ਆਪਣੀ ਸਮਰਤੀ, ਸਮਰਨ, ਜੇ ਕਹਿੰਦੇ ਆ ਨਾ ਬਈ ਜਿਹੜਾ ਹੈਗਾ ਧਿਆਨ, ਸਿਮਰਨ ਕਹਿੰਦੇ ਆ ਜਿਹਨੂੰ, ਸਮਰਨ ਕਰਨਾ ਮਾਲਕ ਨੂੰ, ਮਾਲਕ ਦਾ ਨਾਮ ਵਾਹਿਗੁਰੂ ਵਾਹਿਗੁਰੂ ਅੱਲਾਹ ਆਪਾਂ ਕਹਿੰਦੇ ਆ। ਕਿਉਂ? ਕਿਉਂਕਿ ਮਾਲਕ ਦੇ ਨੇੜੇ ਜਾਂਦੇ ਆਪਾਂ, ਆਤਮਾ ਦੇ ਨੇੜੇ ਹੁੰਦੇ ਆਪਾਂ, ਸਮਰਨ ਕਰਦੇ ਹਾਂ, ਯਾਦ ਰਹਿੰਦਾ ਆਪਾਂ ਨੂੰ ਬਈ ਆਪਾਂ ਇਕੱਲੇ ਨਹੀਂ ਹੈਗੇ। ਕਦੀ ਵੀ ਇਨਸਾਨ ਇਕੱਲਾ ਕਦੀ ਹੁੰਦਾ ਹੀ ਨਹੀਂ ਹੈ। ਉਹ ਮਾਲਕ ਪਰਮਾਤਮਾ, ਆਤਮਾ ਤਾਂ ਹਮੇਸ਼ਾ ਨਾਲ ਰਹਿੰਦੀ ਹੈ ਆਪਣੇ। ਆਤਮਾ ਤੋਂ ਵੱਖ ਹੋ ਗਿਆ ਤੇ ਫਿਰ ਤਾਂ ਸਰੀਰ ਜਿਹੜਾ ਢੇਰੀ ਹੋ ਗਿਆ, ਕੁਛ ਵੀ ਨਹੀਂ ਹੈ ਸਰੀਰ ਦੇ ਵਿੱਚ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਕਹਿੰਦੇ ਨਾਮ ਦੀ ਵਿਭੂਤੀ ਲਗਾ ਪਿਆਰਿਆ, ਆਤਮਾ ਦੇ ਨਾਲ ਜਿਹੜਾ ਹੈਗਾ, ਆਤਮਾ ਦੇ ਨਾਲ ਬੈਠ। ਹਾਂਜੀ ਗੋਰਖੀ ਸਾਹਿਬ। ਹੁਣ ਸਾਧ ਸੰਗਤ ਜੀ ਵੇਖੋ, ਇਹਨਾਂ ਤੁਕਾਂ 'ਚ ਫੇਰ ਸਮਝਾਇਆ ਉਹਨਾਂ ਨੇ, ਜਤ ਕੀ ਜਟਾ ਜੋਗ ਕਾ ਮਜਨ ਨੇਮ ਕੀ ਲਖਨ ਵਧਾਓ। ਹਾਂ, 9 ਵਧਾਉਣੇ ਜਿਹੜੇ ਜੋਗੀ ਵਧਾ ਲੈਂਦੇ ਸੀ 9। ਹਾਂਜੀ ਵੀਰ। ਹੁਣ ਕਹਿੰਦੇ ਨੇਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਨਿਤਨੇਮ। ਕੋਈ ਵੀ ਆਪਾਂ ਕਹਿਣ ਤੋਂ ਭਾਵੇਂ ਕਿ ਅੱਜ ਕਰੋ, ਕੱਲ ਵੀ ਕਰੋ, ਪਰਸੋਂ ਵੀ ਕਰੋ, ਨਰਸੋਂ ਵੀ ਕਰੋ। ਇਹ ਨਾ ਵੇਖ ਖਰਗੋਸ਼ ਨੂੰ 2 ਦਿਨ ਟਪੂਸੀਆਂ ਮਾਰੀਆਂ, ਮੁੜ ਕੇ ਸ਼ਾਂਤ ਹੋ ਕੇ ਪੈ ਜਾ ਬਸ। ਠੀਕ ਹੈ ਜੀ। ਲੰਮੀ ਯਾਤਰਾ ਹੈ ਤੇ ਉਹ ਕਹਿੰਦੇ ਨੇ ਕਿ ਐਵੇਂ ਨਾ ਕਨਫਿਊਜ਼ਨ ਕ੍ਰੀਏਟ ਨਾ ਕਰੋ, ਗੱਲ ਕਰੋ ਕਲੀਅਰ। ਏਦਾਂ ਦਾ ਨਿਯਮ ਬਣਾਓ ਕਿ ਤੁਹਾਡੇ ਜੀਵਨ ਦਾ ਹਿੱਸਾ ਹੋ ਜੇ ਧਰਮ। ਕਿਤੇ ਇਹ ਨਾ ਹੋਵੇ ਕਿ 2-4 ਦਿਨ ਧਿਆਨ ਦਿੱਤਾ, ਮੁੜ ਕੇ ਫਿਰ ਭੁੱਲ ਗਏ, 6 ਮਹੀਨਾ ਬਾਅਦ ਫਿਰ ਆ ਗਏ। ਇੱਥੇ ਮੈਨੂੰ ਕਈ ਮਿਲਦੇ, ਮੇਰੇ ਕੋਲ ਕਈ ਆ ਜਾਂਦੇ, ਕਹਿੰਦੇ ਵੀਰ ਜੀ ਮੈਂ ਤੁਰਿਆ ਤੇ ਸੀ, 3 ਸਾਲ ਹੋ ਗਏ, ਉਦੋਂ ਮਹੀਨਾ 2 ਮਹੀਨਾ ਕੀਤੀ ਤੇ ਮੈਂ ਹੁਣ 3 ਸਾਲ ਹੋ ਗਿਆ, ਤੂੰ ਫਿਰ ਸੁੱਤਾ ਆ ਗਿਆ। ਉਹਦੇ ਖੂਹ ਪੁੱਟਿਆ ਸੀ 2-4 ਮਹੀਨੇ, ਫਿਰ ਤੂੰ 3 ਸਾਲ ਉਹ 'ਚ ਗੰਦ ਸੁੱਟ ਲਿਆ ਤੇ ਉਹ ਤੇ ਫਿਰ ਬਰਾਬਰ ਹੋ ਗਿਆ। ਬਿਲਕੁਲ ਬਰਾਬਰ, ਉੱਪਰ ਉਹ ਤੇ ਜ਼ਿਆਦਾ ਉੱਪਰ ਹੋ ਗਿਆ ਸਗੋਂ। ਹਾਂ, ਮੈਂ ਤੁਸੀਂ ਤੇ ਮੈਂ ਉਹ, ਪਰ ਮੈਂ ਇਹ ਗੱਲ ਹੁੰਦੀ ਹੈ ਜਿੱਦਾਂ ਆਪਾਂ ਨਾ, ਮੈਂ ਏਦਾਂ ਨਾ, ਤੁਸੀਂ ਹਰ ਦਿਨ ਸਾਧਨਾ ਕਿਉਂ ਕਰਨ ਵਾਸਤੇ ਕਹਿੰਦੀ ਹੈ ਭਗਤੀ, ਕਿਉਂ ਕਹਿੰਦੇ ਨੇ ਹਰ ਦਿਨ ਸਾਧਨਾ ਕਰੋ? ਮੈਂ ਕਈ ਵਾਰੀ ਵੇਖਿਆ ਆਪਾਂ ਘੰਟਾ ਸਾਧਨਾ ਕਰਦੇ ਹਾਂ, ਫਿਰ ਅਗਲੇ ਦਿਨ ਟਰਾਈ ਕਰਦੇ ਹਾਂ। ਉਹਦਾ ਕਾਰਨ ਇਹੋ ਹੀ ਹੈ ਕਿ ਕਈ ਵਾਰੀ ਜਿੱਦਾਂ ਪੜੋਲੇ ਤੋਂ ਛਾਲ ਨਹੀਂ ਮਾਰੀ ਦੀ, ਨਿੱਜਾ ਸਾਹਿਬ ਦੂਰ ਚੱਲ ਜੀ ਦਾ ਪਿੱਛੇ ਤਿਆਰੀ ਕਰਕੇ ਫੇਰ ਆਈ ਦੀ ਆ, ਫਿਰ ਭੱਜ ਕੇ ਆਈਦਾ, ਜੰਪ ਮਾਰੀਦਾ ਕਿ ਆਪਾਂ ਕਿੰਨਾ ਕੁ ਅੱਗੇ ਜਾਂਦੇ ਆ। ਹਰ ਦਿਨ ਸਮਾਧੀ ਦਾ ਮਤਲਬ ਹੀ ਇਹੋ ਆ। ਬਿਲਕੁਲ ਗੋਰਖੀ ਸਾਹਿਬ, ਦੇਖੋ ਆਪਾਂ ਪੂਰਾ ਦਿਨ ਜਿਹੜਾ ਹੈਗਾ ਆਪਣੇ ਅੰਦਰ ਘਰ ਦੇ ਵਿੱਚ ਗੰਦਗੀ ਆਉਂਦੀ ਹੈ ਕਿ ਨਹੀਂ ਆਉਂਦੀ? ਆਪਾਂ ਤਾਂ ਗੰਦਗੀ ਦੇ ਵਿੱਚ ਤਾਂ ਵਿਚਰ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਬਾਕੀ ਟਾਈਮ ਲਗਾਉਣੇ ਆ ਤੇ ਆਪਾਂ ਝਾੜੂ ਨਾ ਮਾਰੀਏ। ਦੇਖੋ ਇੱਕ ਦਿਨ ਹੀ ਝਾੜੂ ਨਾ ਮਾਰੋ, ਦੇਖੋ ਕਿੰਨਾ ਕੁ ਗੰਦ ਪੈ ਜਾਂਦਾ। ਹਾਂਜੀ ਵੀਰ ਜੀ। ਹਾਂ, ਤੁਹਾਡੇ ਘਰ 'ਚ ਤੁਸੀਂ ਦੇਖੋ, ਜੇ ਤੁਹਾਡੇ ਘਰ ਕੋਈ ਨਾ ਆਵੇ, ਨਾ ਕੋਈ ਜਾਵੇ, ਚੱਪਲਾਂ ਬਾਹਰ ਲਵਾ ਦੋ, ਫਿਰ ਵੀ ਨੁਕਰਾਂ ਨੱਕਰਾਂ ਥਾਣੀ ਕਿੰਨਾ ਘਟਾ ਆ ਜਾਂਦਾ ਤੇ ਮਨ ਦੇ ਅੰਦਰ ਕਿੰਨਾ ਘਟਾ ਹੈ। ਇੰਦਰੀ ਸਾਰੇ ਉੱਥੇ ਖੁੱਲੇ ਪਏ ਨੇ। ਬਿਲਕੁਲ। ਰੋਜ਼ ਆਪਾਂ ਸ਼ੁਰੂ 'ਚ ਕਥਾ ਕੀਤੀ, ਨਿੱਜਾ ਸਾਹਿਬ ਤੁਹਾਨੂੰ ਕਹਿੰਦੇ ਸੀ ਨਾ ਕਿ ਕਹਿੰਦੇ ਤੇਰੇ ਗਿਆਨ ਇੰਦਰੀ, ਤੇਰੇ ਕਰਮ ਇੰਦਰੀ ਭਾਵੇਂ ਹੈਗੇ ਆ, ਇਹਦੇ ਬਾਵਜੂਦ ਵੀ ਚੌਕਸ ਰਵੀਂ। ਇਹਦੇ ਸਾਹਮਣੇ ਵੀ ਮੂਸੇ ਆਉਂਦੇ ਆ ਤੇਰਾ ਅੰਮ੍ਰਿਤ ਚੋਰੀ ਕਰਨ ਵਾਸਤੇ। ਬਿਲਕੁਲ ਆਉਂਦੇ, ਚੋਰੀ ਕਰਦੇ ਹੋ। ਹਾਂ, ਬਿਲਕੁਲ ਆਉਂਦੇ ਆ। ਹੁਣ ਦੇਖੋ ਬ੍ਰਹਮ ਗਿਆਨੀ ਕੀ ਸਮਝਾਉਂਦੇ ਨੇ, ਆਹ ਬ੍ਰਹਮ ਗਿਆਨੀ ਜੀ ਬੈਠੇ ਨੇ, ਸਾਨੂੰ ਸਮਝਾਉਂਦੇ ਨੇ ਕਿ ਤੂੰ ਫੁੱਲੀਆਂ ਛੱਡ ਦੇ ਤੇ ਤਾਂ ਤੇਰਾ ਮਸਲਾ ਹੱਲ ਹੁੰਦਾ ਹੀ। ਤੇ ਮਨ ਕਹਿੰਦਾ ਕਿ ਫੁੱਲੀਆਂ ਛੱਡ ਤੇ ਦਵਾਂ, ਪਰ ਕੀ ਪਤਾ ਗ੍ਰੰਥਾਂ 'ਚ ਗੱਲਾਂ ਲਿਖੀਆਂ ਸੱਚੀਆਂ ਜਾਂ ਝੂਠੀਆਂ। ਇਹ ਮਨ ਦਾ ਤਰਕ ਹੈਗਾ, ਮਨ ਸੱਚਾ ਵੀ ਹੈਗਾ ਕਿ ਇੱਕ ਤੇ ਚੀਜ਼ ਕੀ ਤਾਂ ਮਿਲਣੀ ਕਿ ਨਹੀਂ ਮਿਲਣੀ, ਇੱਕ ਤੇ ਤੇਰੇ ਸਾਹਮਣੇ, ਤੇਰੇ ਹੱਥ 'ਚ, ਤੂੰ ਉਹਨੂੰ ਛੱਡ ਦੇ। ਮਨ ਵੀ ਇਹ ਗੱਲ ਕਹਿੰਦਾ, ਤੁਹਾਨੂੰ ਕਹਿੰਦਾ। ਇਸ ਕਰਕੇ ਮਨ ਦਾ ਤਰਕ ਬਹੁਤ ਪਾਵਰਫੁਲ ਹੈ। ਬਹੁਤ ਘੱਟ ਲੋਕ ਇਸੇ ਕਰਕੇ ਹੀ ਬ੍ਰਹਮ ਗਿਆਨੀ ਪਾਉਂਦੇ ਨੇ, ਕਿਉਂਕਿ ਮਨ ਹੀ ਏਦਾਂ ਦਾ ਭਰਮ ਪਾ ਦਿੰਦਾ, ਬੰਦੇ ਨੂੰ ਯਕੀਨ ਹੀ ਨਹੀਂ ਆਉਂਦਾ, ਵਹਿਮਾਂ 'ਚ ਪਾ ਦਿੰਦਾ ਬੰਦੇ ਨੂੰ, ਉਹਨੂੰ ਵਿਸ਼ਵਾਸ ਨਹੀਂ ਹੋਣ ਦਿੰਦਾ। ਹਾਂਜੀ, ਚਲੋ ਆਪਾਂ ਤਾਂ ਇੱਕ ਗੱਲ ਕਹਿੰਦੇ, ਦੇਖੋ ਵੀ ਨਾ ਛੱਡ ਫੁੱਲੀਆਂ, ਚੱਲ ਤੂੰ ਸ਼ੁਰੂ ਕਰ, ਆਹ ਕੰਮ ਵੀ ਸ਼ੁਰੂ ਕਰ ਦੇ ਆਪਣੇ ਰੂਟੀਨ ਦੇ ਵਿੱਚ, ਆਹ ਵੀ ਕੰਮ ਲਿਆ। ਬਸ ਧਿਆਨ ਸਿਮਰਨ ਭਗਤੀ ਜਿਹੜੀ ਹੈਗੀ, ਗਿਆਨ ਲੈਣਾ ਸ਼ੁਰੂ ਕਰ ਦੇ, ਔਰ ਜਿਹੜਾ ਹੈਗਾ ਧਿਆਨ ਸਿਮਰਨ ਸ਼ੁਰੂ ਕਰ ਦੇ ਆਪਣੇ ਜੀਵਨ 'ਚ। ਇਹ ਲਿਆ
ਤੇ ਆਪਣੇ ਆਪ ਫੁੱਲੀਆਂ ਚੜਾ ਲੈਣੀਆਂ ਇਹਨੇ। ਤੇ ਜਦੋਂ ਫੁੱਲੀਆਂ ਤੇ ਛੋਟੀ ਜਾਣੀਆਂ, ਜਦੋਂ ਗੋਲੀ ਅੰਦਰ ਗਈ ਫਿਰ ਬੁਖਾਰ ਥੋੜੀ ਕਹੂਗਾ ਕਿ ਮੈਂ ਨਹੀਂ ਉਤਰਨਾ। ਹਾਂ, ਤੇ ਗੋਲੀ ਦਾ ਕੰਮ ਹੈ ਨਾ। ਬਿਲਕੁਲ। ਮੁੜ ਕੇ ਆਪਾਂ ਥੋੜੀ ਬੁਖਾਰ ਨੂੰ ਕਹਿੰਦੇ ਭੱਜ ਜਾ, ਪਰ ਇਹ ਤੇ ਕਹਿੰਦੇ ਕਿ ਲੋਕੀ ਕਹਿੰਦੇ ਕਿ ਤੂੰ ਏਦਾਂ ਹੀ ਕਹਦੇ ਬੁਖਾਰ ਨੂੰ ਕਿ ਭੱਜ ਜਾ, ਬੁਖਾਰ ਭੱਜਦਾ ਵਾ। ਇਹ ਲੋਕੀ ਤੇ ਉਹ ਕਹਿੰਦੇ ਕਾਮ ਛੱਡ ਦੋ, ਕ੍ਰੋਧ ਛੱਡ ਦੋ, ਲੋਭ ਛੱਡ ਦੋ, ਮੋਹ ਛੱਡ ਦੋ, ਰਾਗ ਛੱਡ ਦੋ, ਦਵੈਸ਼ ਛੱਡ ਦੋ। ਏਦਾਂ ਛੁੱਟਦਾ ਨਾ। ਇਹ ਤੇ ਆਪਾਂ ਉਹ ਕਹਿੰਦੇ ਜਿੱਦਾਂ ਮੇਰੇ ਅੱਗੇ ਬੈਠਾ ਵਾ, ਮੈਨੂੰ 105 ਬੁਖਾਰ ਚੜਿਆ ਤੇ ਮੇਰੇ ਘਰ ਦੇ ਗਈ ਚਰਨਜੀਤ ਤੂੰ ਬੁਖਾਰ ਨੂੰ ਛੱਡਦਾ ਕਿਉਂ ਨਹੀਂ? ਮੈਂ ਕਹਾਂ ਭਰਾ ਮੈਂ ਤੇ ਛੱਡਣਾ ਚਾਹੁੰਦਾ, ਬੁਖਾਰ ਨਹੀਂ ਛੱਡਣ ਦਿਆ ਮੈਨੂੰ। ਹਾਂ, ਬਿਲਕੁਲ। ਹਾਂ, ਇਹਦਾ ਮਤਲਬ ਤੇ ਇਹੋ ਕਿ ਗੋਲੀ ਅੰਦਰ ਜਾਵੇ ਤੇ ਗੋਲੀ ਨਾਮ ਦੀ ਜਾਣੀ। ਅੱਛਾ, ਇੱਥੇ ਚੀਜ਼ ਨੂੰ ਸਮਝੀਏ। ਕਹਿੰਦੇ ਜਦ ਕੀ ਜਟਾ ਜੋਗ ਕਾ ਮੱਜਨ ਨੇਮ ਕੀ ਲਖ ਨਖਨ ਬੜਾਓ, ਨੇਮ ਕੀ ਨਖਨ ਬੜਾਓ, ਹਨਾ। ਤੇ ਮੱਜਨ ਦਾ ਮਤਲਬ ਕੀ ਹੋਇਆ? ਮੱਜਨ ਦਾ ਇਸ਼ਨਾਨ, ਪਵਿੱਤਰ ਇਸ਼ਨਾਨ। ਜੋਗ ਦਾ ਮਤਲਬ ਹੈਗਾ ਵਾ ਪਰਮਾਤਮਾ ਨਾਲ ਜੁੜਨ, ਉਹਦਾ ਪਰਮਾਤਮਾ ਦੇ ਨਾਲ ਜੁੜਨਾ। ਹਾਂ, ਜੋਗ ਦਾ ਮਤਲਬ ਆਤਮਾ ਦੇ ਨੇੜੇ ਬੈਠਣਾ। ਹਾਂਜੀ। ਜੋਗੀ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੇ ਆ। ਹਾਂ। ਤੇ ਜੱਤ ਕੀ ਜਟਾ, ਜੱਤ ਦਾ ਮਤਲਬ ਇਹੋ ਹੀ, ਜੱਤ ਤੇ ਸੱਤ ਦੋ ਹੁੰਦੀ ਨਾ, ਜਤੀ ਹੁੰਦੇ ਬੰਦੇ। ਬਿਲਕੁਲ। ਕਹਿੰਦੇ ਤੂੰ ਏਦਾਂ ਵਾਲ ਵਧਾਈ ਫਿਰਦਾ ਮਾਮਾ, ਇਹ ਕੰਮ ਛੱਡ, ਤੂੰ ਜੱਟ ਦੀ ਜਰਾ ਵਧਾ, ਜਿਹੜਾ ਕੰਮ ਕਰਨ ਵਾਲਾ। ਤੂੰ ਹੁਣ ਉਹ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਸੀ ਤੂੰ ਮੈਨੂੰ ਆ ਜਿਹੜਾ ਜਨੇਊ ਪਾਉਂਦੇ ਆ, ਤੂੰ ਆਪਣੀ ਅੱਖਾਂ ਨੂੰ ਜਨੇਊ ਪਾਈ, ਤੂੰ ਆਪਣੇ ਕੰਨਾਂ ਨੂੰ ਜਨੇਊ ਪਾਈ, ਤੂੰ ਆ ਲੱਕ ਨਾਲ ਜਨੇਊ ਤੇ ਮੈਨੂੰ ਪਵਾ ਦੇਂਗਾ। ਪਰ ਆ ਜਿਹੜੇ ਤੇਰੇ ਇੰਦਰੀ ਅਵਾਰਾ ਤੁਰੇ ਫਿਰਦੇ ਆ, ਤੂੰ ਇਹਨਾਂ ਆਪਣੇ ਪੈਰਾਂ ਨੂੰ, ਆਪਣੇ ਹੱਥਾਂ ਨੂੰ, ਆਪਣੇ ਮੂੰਹ ਨੂੰ, ਆਪਣੇ ਕੰਨਾਂ ਨੂੰ, ਇਹਨਾਂ ਨੂੰ ਜਨੇਊ ਪਾਉਣਾ ਸੀ, ਸੂਖਮ ਜਨੇਊ, ਉਹ ਤੇ ਤੂੰ ਪਾਉਂਦਾ ਨੀ ਪਿਆ। ਮੈਨੂੰ ਇੱਕ ਧਾਗਾ ਪਾਈ ਜਾਂਦੇ ਆ। ਤੇ ਮੈਨੂੰ ਕਿਹੜੇ ਭਰਮ ਚ ਲੈ ਕੇ ਜਾ ਰਹੇ ਆ? ਇਹ ਬਾਣੀ ਵਿੱਚ ਸਮਝਾਉਂਦੇ ਨੇ ਸਾਨੂੰ। ਅਗਲੇ ਬੰਨੇ ਚਲੇ ਚਲੀਏ ਨੇ ਜੱਸਾ। ਅਲਪ ਆਹਾਰ। ਹੁਣ ਦੇਖੋ, ਹੁਣ ਕਹਿੰਦੇ ਆ ਦੇਖ ਭੋਜਨ ਵੀ ਦੇਖ, ਭੋਜਨ ਬਹੁਤ ਮੈਟਰ ਕਰਦਾ ਹੈ ਗੁਰਕੀ ਸਾਹਿਬ, ਕਿਉਂਕਿ ਜਿਹੜਾ ਹੈਗਾ ਸਵਾਦ, ਕਬੀਰ ਜੀ ਵੀ ਕਹਿੰਦੇ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ। ਸਵਾਦ ਜਿਹੜੇ ਹੈਗੇ ਆ, ਸਵਾਦਾਂ ਦੇ ਕਾਰਨ ਜੇ ਆਪਾਂ ਖਾਵਾਂਗੇ ਤੇ ਆਪਾਂ ਭਗਤੀ ਦੇ ਵਿੱਚ ਜਿਹੜੇ ਹੈਗੇ ਅੱਗੇ ਨਹੀਂ ਵੱਧ ਪਾਵਾਂਗੇ। ਮਹਾਰਾਜ ਇੱਥੇ ਕਹਿ ਰਹੇ ਅਲਪ ਆਹਾਰ, ਥੋੜ੍ਹਾ ਜਿਹਾ ਆਹਾਰ ਲੈ, ਜਿੰਨੀ ਕੁ ਤੇਰੀ ਨੀਡ ਹੈਗੀ ਆ। ਕਿਉਂਕਿ ਖਾਣਾ ਜਿਹੜਾ ਹੈਗਾ ਸਰੀਰ ਦੇ ਵਾਸਤੇ ਖਾਣਾ ਹੈ, ਸਵਾਦ ਦੇ ਵਾਸਤੇ ਥੋੜ੍ਹੀ ਨਾ ਖਾਣਾ ਹੈ। ਸਵਾਦ ਤਾਂ ਟਰੈਪ ਆ, ਸਵਾਦ ਤਾਂ ਧੋਖਾ ਹੈ, ਸਵਾਦ ਤਾਂ ਤੇਰਾ ਫਸਾਊਗਾ। ਇਹ ਸਵਾਦ ਦੀ ਤਾਂ ਮੇਨ ਚੀਜ਼ ਹੈਗੀ ਹੈ, ਜਿਹਨੂੰ ਛੱਡਣਾ ਹੈ ਆਪਾਂ ਨੇ। ਅਲਪ ਆਹਾਰ ਸੁਲਭ ਸੀ ਨਿੰਦਰਾ। ਜਿੰਨਾ ਆਹਾਰ ਹੋਊਗਾ ਜ਼ਿਆਦਾ, ਓਨੀ ਨੀਂਦ ਜ਼ਿਆਦਾ ਹੋਊਗੀ। ਕਹਿੰਦੇ ਨੀਂਦ ਵੀ ਘੱਟ ਲੈ, ਕਿਉਂਕਿ ਸਮਾਂ ਚਾਹੀਦਾ ਹੈ ਆਪਾਂ ਨੂੰ। ਦਇਆ ਛਿਮਾ ਤਨ ਪ੍ਰੀਤ, ਤੇ ਦਇਆ ਤੇ ਛਿਮਾ, ਦਇਆ ਹੋਏ ਤੇਰੇ ਅੰਦਰ, ਔਰ ਮਾਫ਼ ਕਰਨਾ, ਹਰੇਕ ਨੂੰ ਮਾਫ਼ ਕਰ ਦੇ, ਆਪਣੇ ਆਪ ਨੂੰ ਵੀ ਮਾਫ਼ ਕਰ ਦੇ, ਸਾਰਿਆਂ ਨੂੰ ਮਾਫ਼ ਕਰ ਦੇ, ਸਾਰਿਆਂ ਤੇ ਦਇਆ ਕਰ ਲਾ ਪਿਆਰਿਆ। ਤਾਂ ਤੇਰੇ ਵਿਚਾਰ ਜਿਹੜੇ ਹੈਗੇ ਨਹੀਂ ਚੱਲਣਗੇ, ਤੇਰੇ ਅੰਦਰ ਲਹਿਰਾਂ ਨਹੀਂ ਚੱਲਣਗੀਆਂ। ਸੀਲ ਸੰਤੋਖ ਸਦਾ ਨਿਰਭੈ ਬੋ। ਔਰ ਇੱਕ ਗੱਲ ਹੋਰ ਯਾਦ ਰੱਖੀ ਵੀ ਸੀਲ ਰੱਖੀ ਆਪਣੇ ਆਪ ਨੂੰ, ਬਿਲਕੁਲ ਸੀਲ, ਨਰਮ ਰੱਖੀ ਆਪਣੇ ਆਪ ਨੂੰ, ਸਭ ਤੋਂ ਥੱਲੇ ਰੱਖੀ ਆਪਣੇ ਆਪ ਨੂੰ। ਪਿਆਰ ਮਿੱਠਾ, ਸੀਲ ਮਤਲਬ ਮਿੱਠ ਬੋਲਣਾ, ਮਿੱਠਾ। ਸੰਤੋਖ ਰੱਖੀ, ਸਦਾ ਨਿਭੈ ਬੋ, ਇਹ ਗੁਣ ਹਮੇਸ਼ਾ ਰੱਖੀ ਆਪਣੇ ਨਾਲ। ਹੈ ਬੋ ਤ੍ਰਿਗੁਣ ਅਤੀਤ, ਤਿੰਨ ਗੁਣੀ ਮਾਇਆ ਤੋਂ ਅਤੀਤ ਹੋ ਜਾਏਗਾ, ਇਹ ਵਿਚਾਰ ਮੰਡਲ ਕ੍ਰਾਸ ਕਰ ਲਏਗਾ। ਹਾਂਜੀ ਵੀਰ ਜੀ। ਹਾਂਜੀ, ਦੇਖੋ ਜੀ ਉੱਪਰ ਵੇਖੋ ਕਿੰਨਾ ਕਲੀਅਰ ਕੀਤਾ। ਕਹਿੰਦੇ ਆ ਗਿਆਨ ਗੁਰੂ, ਹਾਂ, ਆਤਮ ਉਪਦੇਸ਼ੋ, ਨਾਮ ਵਿਭੂਤੀ ਲਗਾਓ। ਵਿਭੂਤੀ ਦਾ ਮਤਲਬ ਹੁੰਦਾ, ਲੋਕੀ ਇਹ ਲੋਕ ਜੋਗੀ ਲੋਕ ਵੇਖਿਆ ਸਵਾਹ ਮਲ ਲੈਂਦੇ ਸਰੀਰ ਨੂੰ। ਬਿਲਕੁਲ। ਉਹ ਕਹਿੰਦੇ ਨਾਮ ਦੀ ਸਵਾਹ ਮਲੀ, ਇਸ ਤਰ੍ਹਾਂ ਮਲੀ ਕਿ ਤੇਰੇ ਜੀਵਨ ਦੇ ਵਿੱਚ ਨਾਮ ਹੀ ਨਾਮ ਹੋਵੇ। ਜਿੱਦਾਂ ਤੂੰ ਸਰੀਰ ਤੇ ਤਨ ਤੇ ਸਵਾਹ ਮਲੀ ਹੈ ਨਾ ਵਿਭੂਤੀ, ਉਸੇ ਤਰ੍ਹਾਂ ਨਾਮ ਰੂਪੀ ਜਿਹੜੀ ਵਿਭੂਤੀ ਆਪਣੇ ਜੀਵਨ ਉੱਪਰ ਮਲ। ਆਪਣੇ ਤੇਰਾ ਜੀਵਨ ਦਾ ਮਤਲਬ ਬਹੁਤ ਵੱਡਾ ਹਿੱਸਾ ਜਿਹੜਾ ਨਾਮ ਵੱਲ ਜਾਵੇ, ਇੰਨਾ ਜ਼ਿਆਦਾ ਵੱਡੇ ਲੈਵਲ ਦਾ, ਜਿੱਦਾਂ ਤੂੰ ਆਪਣੇ ਤਨ ਨੂੰ ਕਵਰ ਕਰਦੇ ਜੋ। ਉਸੇ ਤਰ੍ਹਾਂ ਫਿਰ ਦੇਖੋ ਕਹਿੰਦੇ ਗਿਆਨ ਗੁਰੂ ਆਤਮ ਉਪਦੇਸ਼ੀ, ਤੇਰਾ ਗਿਆਨ ਜਿਹੜਾ ਗੁਰੂ ਚਾਹੀਦਾ ਹੈ, ਤੇਰਾ ਗਿਆਨ ਗੁਰੂ ਹੋਵੇ। ਤੁਹਾਨੂੰ ਪਰਸੋਂ ਵੀ 3-4 ਦਿਨ ਪਹਿਲਾਂ ਆਪਾਂ ਕਥਾ ਦੇ ਵਿੱਚ ਸਮਝਾਇਆ ਕਿ ਤੁਹਾਡਾ ਜਿਹੜਾ ਗੁਰੂ ਆ ਉਹ ਤੁਹਾਡੀ ਨੌਲੇਜ ਹੈ, ਤੁਹਾਡੀ ਬੁੱਧੀ। ਔਰ ਨਿੱਜਾ ਸਾਹਿਬ ਉਹਦੀ ਤਾਂ ਪਸਾਉਂਦੇ ਨਹੀਂ। ਹਾਂ, ਔਰ ਬੁੱਧੀ ਵਿਵੇਕ ਚਾਹੀਦੀ ਹੈ। ਬੁੱਧੀ ਜਿਹੜੀ ਹੈਗੀ ਆ, ਬੁੱਧੀ ਆਉਣੀ ਆ, ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਦੀ ਬੁੱਧੀ ਲੈਣੀ ਪਊਗੀ ਆਪਾਂ ਨੂੰ। ਹਾਂ, ਤੇ ਚੰਗੀ ਬੁੱਧੀ ਲਓ, ਚੰਗੀ ਜੇ ਤੁਹਾਡੀ ਵੀ ਚੰਗੀ ਹੈ ਇਹਨੂੰ ਇਸਤੇਮਾਲ ਕਰੋ। ਮੈਂ ਤੇ ਕਹਿੰਦਾ ਜੇ ਤੁਹਾਨੂੰ ਧਰਮ ਵੱਲ ਲੈ ਕੇ ਜਾ ਰਹੀ ਹੈ ਤੁਹਾਡੀ ਬੁੱਧੀ ਬਿਲਕੁਲ ਸਹੀ ਆ। ਬਿਲਕੁਲ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਲੈ ਕੇ ਜਾ ਰਹੀ ਹੈ ਤੇ ਹਜੇ ਉਹ ਬੁੱਧੀ ਨਹੀਂ, ਵਿਵੇਕ ਨਹੀਂ ਹੈ, ਬੁੱਧੀ ਹੈ। ਕਿਉਂਕਿ ਕੰਮ ਉਹ ਵੀ ਬੜੀ ਚਲਾਕੀ ਨਾਲ ਕਰਦਾ ਹੈ। ਸਭ ਪਤਾ ਇਹਨੂੰ, ਪਤਾ ਫੜਿਆ ਜਾ ਸਕਦਾ। ਫਿਰ ਕਹਿੰਦੇ ਆ
अल्पहार अल्प आहार सुलभ सुलभ सी निंद्रा। सुलभ मतलब बहुत थोड़ी जी नींद। सुलभ। अच्छा सुलभ। हाँ जी। ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਜਿਵੇਂ ਕੁੱਤਾ ਹੁੰਦਾ ਹੈ ਗੁਰਕੀ ਸਾਹਿਬ, ਕੁੱਤੇ ਵਰਗੀ ਨੀਂਦ, ਸੁਲਭ ਸੀ ਨੀਂਦ। ਕੁੱਤਾ ਕਿਵੇਂ ਮਾੜੇ ਜਿਹੇ ਖੜਾਕਣਾ ਉੱਠ ਜਾਂਦਾ, ਉਵੇਂ ਦੀ ਨੀਂਦ ਕਹਿ ਰਹੇ। ਤੇ ਜੇ ਸਾਹਿਬ ਇਦਾਂ ਦੀ ਨੀਂਦ ਕਿੱਦਾਂ ਆਊਗੀ ਫਿਰ? ਜੇ ਜ਼ਿਆਦਾ ਘੱਟ ਖਾਵਾਂਗੇ ਤਾਂ ਹੀ ਆਊਗੀ। ਨੇ ਜੇ ਸਾਹਿਬ ਹੈ ਤੇ ਮੇਰੇ ਲਾਗੇ ਬੰਬ ਚੱਲ ਜੇ ਮੈਨੂੰ ਤਾਂ ਨਹੀਂ ਪਤਾ ਲੱਗਣਾ ਤੇ ਇਹ ਨੀਂਦ ਕਿਦੋਂ ਬਣੂਗੀ ਬਸ। ਦੇਖ ਲਓ। ਅੱਛਾ ਠੀਕ ਹੈ ਸਾਧ ਸੰਗਤ ਜੀ ਕਹਿੰਦੇ ਆ ਕਿ ਥੋੜਾ ਬਿੜਕ ਰੱਖ ਕੇ ਸੌਂ, ਕਿਵੇਂ ਐ ਨਾ ਸੌਂ ਕਿ ਭੈਂਸ ਵਾਂਗੂ ਸੌਂ, ਤੁਹਾਨੂੰ ਪਤਾ ਨਾ ਲੱਗੇ। ਵੈਸੇ ਵੀ ਨਿੰਦਰਾ ਤੁਹਾਡੀ ਬੜੀ ਵਧੀਆ ਹੋ ਜਾਣੀ ਆ, ਪਰ ਨਿੰਦਰਾ ਤੁਹਾਡੀ ਘੱਟ ਜਾਣੀ। ਸਾਧਨਾ ਕਰਨ ਦੇ ਨਾਲ ਸ਼ੁਰੂ ਚ ਤੁਹਾਡੀ ਨਿੰਦਰਾ ਘੱਟ ਜਾਣੀ ਆ, ਪਰ ਤੁਹਾਨੂੰ ਥਕਾਵਟ ਨਹੀਂ ਹੋਊਗੀ। ਪਰ ਆਉਣ ਵਾਲੇ ਸਮੇਂ ਜਿਹੜੀ ਨਿੰਦਰਾ ਕਵਰ ਹੋ ਜਾਊਗੀ। ਤੁਹਾਨੂੰ ਦੋ ਸਟੇਜਾਂ ਚ ਨੀਂਦ ਆਉਣੀ ਆ। ਸੌਵੋਗੇ ਤੇ ਫਿਰ ਵਿੱਚ ਜਾਗ ਪੋਗੇ, ਫਿਰ ਅੱਧਾ ਘੰਟਾ ਫਿਰ ਖੁੱਲ ਕੇ ਫਿਰ ਦੁਬਾਰਾ ਨੀਂਦ ਆ ਜਾਏਗੀ। ਠੀਕ ਹੈ, ਇਹ ਚੀਜ਼ ਧਿਆਨ ਰੱਖਣੀ ਆ। ਇਹ ਸਾਧਨਾ ਕਰਕੇ ਹੋ ਰਿਹਾ। ਤੇ ਇੱਕ ਤੁਹਾਡੇ ਜੀਵਨ ਚ क्षमा ਹੋਣੀ ਬਹੁਤ ਜ਼ਰੂਰੀ ਹੈ, ਦਇਆ ਤੇ क्षमा। ਜੇਕਰ ਤੁਸੀਂ ਕਿਸੇ ਨੂੰ ਫਾਰਗਿਵ ਨਹੀਂ ਕਰ ਸਕੇ, ਮਾਫ ਨਹੀਂ ਕਰ ਸਕੇ ਨਾ, ਬਹੁਤ ਮੁਸ਼ਕਲ ਜੋ, ਕਿਉਂਕਿ ਤੁਹਾਡੇ ਮਨ ਨੇ ਉੱਥੇ ਪਹੁੰਚ ਜਾਣਾ ਹਰ ਦਿਨ ਤੇ ਉੱਥੇ ਪਤਾ ਨਹੀਂ ਇਹਨੇ ਕੀ ਚਰਖਾ ਕੱਤੀ ਜਾਣਾ। ਬਿਲਕੁਲ ਸਹੀ ਗੱਲ ਹੈ। ਮੁੜ ਕੇ ਤੁਸੀਂ ਉਹੀ ਸੂਤ ਕੱਤੀ ਜਾਓ ਬਸ। ਤੁਹਾਡੀ ਜ਼ਿੰਦਗੀ ਲੰਘ ਜਾਣੀ, ਇਹਨੇ ਸੂਤ ਨਹੀਂ ਪਿਓ ਦੇ ਪੁੱਤ ਨੇ ਮੁੱਕਣ ਦੇਣਾ। ਨਾ ਬਿਲਕੁਲ ਨਹੀਂ ਮੁੱਕਦਾ ਗੁਰਕੀ ਸਾਹਿਬ। ਮੈਂ ਦੇਖੇ 80 90 ਸਾਲਾਂ ਦੇ ਲੋਕੀ ਜਿਹੜੇ ਉਸੇ ਤਰੀਕੇ ਨਾਲ ਫਸੇ ਹੋਏ ਆ। ਉਸੇ ਕੰਮ ਕਰੋ ਲੋ, ਉਸੇ ਜਿਹੜਾ ਹੈਗਾ ਇੱਕ ਈਰਖਾ ਦੁਆਸ਼ ਦੇ ਨਾਲ ਜਿਹੜਾ ਹੈਗਾ ਦੁਨੀਆ ਨੂੰ ਗਾਲਾਂ ਕੱਢੀ ਜਾਂਦੇ। ਜਿਹੜੇ ਮਰ ਗਏ ਉਹਨਾਂ ਨੂੰ ਵੀ ਗਾਲਾਂ ਕੱਢੀ ਜਾਂਦੇ। ਉਹ ਕਹਿੰਦੇ ਕਿ ਤੂੰ ਤਾਂ ਕਰ ਸਜਣਾ, ਤੂੰ ਦਇਆ ਕਰ ਤੇ ਅਗਲੇ ਨੂੰ ਮਾਫ ਕਰ ਦੇ। ਮਾਫ ਤੂੰ ਕਿਸੇ ਨੂੰ ਮਾਂ ਦਾ ਸਿਰ ਕਰਨਾ, ਤੂੰ ਆਪਣੇ ਆਪ ਨੂੰ ਮਾਫ ਕਰਨਾ ਵਾ। ਕਿਉਂਕਿ ਨਿੱਜਾ ਸਾਹਿਬ ਕਿਸੇ ਨੂੰ ਮੁਕਤ ਕਰਕੇ, ਜਿੱਦਾਂ ਮੱਝ ਨੂੰ ਮੈਂ ਬੱਧਾ ਵਾ ਤੇ ਮੱਝ ਤੇ ਗੁਲਾਮ ਹੈਗੀ, ਮੈਂ ਵੀ ਮੱਝ ਦਾ ਗੁਲਾਮ ਹੈ, ਦੰਗਲ ਤੇ ਮੈਂ ਵੀ ਫੜਿਆ। ਬਿਲਕੁਲ ਸਹੀ ਗੱਲ ਹੈ। ਬਹੁਤ ਵਧੀਆ ਗੁਰਕੀ ਸਾਹਿਬ, ਇਹ ਤਾਂ ਆਈਡੀਆ ਸੀਗਾ ਹੀ ਨਹੀਂ ਮੈਨੂੰ। ਉਹ ਅਸਲ ਚ ਬੰਦੇ ਨੂੰ ਲੱਗਦਾ ਮੈਂ ਮੱਝ ਨੂੰ ਬਣਿਆ ਤੇ ਮੱਝ ਬੜੀ ਖੁਸ਼ ਹੁੰਦੀ। ਉਹ ਕਹਿੰਦੀ ਤੂੰ ਨੀ ਪੁੱਤ ਮੈਨੂੰ ਫੜਿਆ, ਮੈਂ ਵੀ ਤੈਨੂੰ ਫੜਿਆ, ਤੂੰ ਹੀ ਸੰਗ ਨੂੰ ਫੜ ਕੇ ਬੈਠਾ। ਫਰਕ ਇਹ ਹੈ ਕਿ ਤੇਰਾ ਦ੍ਰਿਸ਼ਟੀਕੋਣ ਲੱਗ ਗਿਆ। ਇਸੇ ਕਰਕੇ ਜਦੋਂ ਆਪਾਂ ਕਿਸੇ ਨੂੰ ਮਾਫ ਕਰ ਦਿੰਦੇ ਆਪਾਂ ਮੁਕਤ ਹੋ ਜਾਂਦੇ। ਪਲੀਜ਼ ਮਾਫ ਕਰ ਦਿਆ ਕਰੋ। ਮੈਂ ਤੁਹਾਨੂੰ ਕਈ ਵਾਰੀ ਕਿਹਾ, ਪਹਿਲਾਂ ਵੀ ਕਿਹਾ, ਜਦੋਂ ਮੈਂ ਜ਼ਿੰਦਗੀ ਚ ਮਾਫ ਕਰਨਾ ਸਿੱਖਿਆ ਨਾ, ਮੈਂ ਇੰਨਾ ਸੌਖਾ ਹੋ ਗਿਆ ਨਾ। ਬਾਈ ਗੋਡ, ਮੇਰੇ ਨਾਲ ਦਾ ਧਰਤੀ ਤੇ ਸੌਖੀ ਮਨੁੱਖ ਨਹੀਂ ਹੋਊਗਾ। ਕੇਵਲ ਇੱਕੋ ਹੀ ਗੁਣ, ਮਾਫ ਕਰ ਦੇਣਾ। ਮਾਫ ਕਰਨਾ ਏਡਾ ਵੱਡਾ ਨਾ, ਇਹ ਪ੍ਰਮਾਤਮਾ ਦਾ ਗੁਣ ਹੈ। ਆਖਰ ਤੱਕ ਇੰਨੇ ਗੰਦੇ ਮੰਦੇ ਆ, ਫਿਰ ਵੀ ਪ੍ਰਮਾਤਮਾ ਕਹਿੰਦਾ ਤੂੰ ਵਾਪਸ ਆ। ਜੇ ਪ੍ਰਮਾਤਮਾ ਕਵੇ ਤੂੰ ਨਾ ਲਿਬੜਿਆ ਹੈਗਾ ਤੇ ਆਪਾਂ ਉੱਥੇ ਜਾ ਸਕਦੇ ਨਾ। ਆਤਮਾ ਕਿਤੇ ਮਨਾ ਕਰਦੀ ਆ। ਆਤਮਾ ਤੇ ਹਰ ਦਿਨ ਸਾਨੂੰ ਉਸ ਸੱਚਾਈ ਵੱਲ ਜਾਣ ਨੂੰ ਕਹਿੰਦੀ ਆ। ਕਿਸੇ ਬਾਣੀ ਦੇ ਰੂਪ ਚ ਕਹਿ ਲਓ ਜਾਂ ਮੇਰੇ ਰੂਪ ਚ ਕਹਿ ਲਓ, ਨਿੱਜ ਸਾਹਿਬ ਦੇ ਰੂਪ ਚ, ਜਾਂ ਹੋਰ ਤੁਹਾਡੇ ਲਾਗੇ ਕਈ ਲੋਕ ਜਿਹੜੇ ਤੁਹਾਨੂੰ ਚੰਗਾ ਜੀਵਨ ਦੱਸਦੇ ਨੇ। ਇਹ ਹੈ ਤੇ ਆਤਮਾ ਦਾ ਗਿਆਨ ਹੀ ਹੈ ਨਾ। ਆਤਮਾ ਤੇ ਚਾਹੁੰਦੀ ਹੈ ਨਾ ਕਿ ਤੂੰ ਕਮ ਸੇ ਕਮ ਥੋੜਾ ਵਿਵੇਕ ਤੋਂ ਕੰਮ ਲੈ, ਉੱਪਰ ਆ ਜਾ। ਕੱਲ ਨੂੰ ਗਲਤ ਜਗ੍ਹਾ ਤੇ ਬੈਠਾ ਹੈ। ਫਿਰ ਅਗਲੇ ਬੰਨੇ ਦੇਖੋ ਨਿੱਜਾ ਸਾਹਿਬ, ਅਗਲੀ ਤੁਕ ਬੋਲੋ। ਸੀਲ ਸੰਤੋਖ ਸਦਾ ਨਿਰਭੈਬੋ ਹੋਇਬੋ ਤ੍ਰਿਗੁਣ ਅਤੀਤ। ਕਹਿੰਦੇ ਸੀਤਲ ਸੀਲ ਸਵਾਰ ਰੱਖੀ, ਨਿਮਰਤਾ ਵਾਲਾ ਸਵਾਰ ਰੱਖੀ ਤੇ ਸੰਤੋਖ ਜ਼ਰੂਰ ਰੱਖੀ ਪਿਆਰਿਆ। ਕਾਲਾ ਨਾ ਵਗੀ। ਬਸ ਆਪਣੀ ਦੇਣਾ ਮਾਲਕ ਨੇ, ਅਦਾਤ ਮਾਲਕ ਨੇ ਦੇਣੀ ਹੈ। ਦਸਮ ਦੁਆਰ ਮਾਲਕ ਨੇ ਖੋਲਣਾ ਹੈ। ਤੂੰ ਬਸ ਪੁਕਾਰ ਕਰਨੀ ਹੈ, ਜਾ ਕੇ ਮੰਗਤੇ ਮੰਗੂ ਬਹਿ ਜਾਣਾ। ਰੋਜ਼ ਹਰ ਰੋਜ਼ ਨਿਤਨੇਮ ਕਰਨਾ ਹੈ। ਉੱਥੇ ਬੈਠਣਾ ਹੈ, ਵਿਚਾਰ ਬੰਦ ਕਰਕੇ ਬਹਿ ਜਾਣਾ। ਅੱਗੇ ਉਹਨੂੰ ਮਾਲਕ ਨੂੰ ਪਤਾ ਹੈ ਭਾਈ ਵੀ ਇਹ ਮੰਗਤਾ ਰੋਜ਼ ਆਉਂਦਾ ਹੈ। ਔਰ ਤੇਰਾ ਧਨ ਕਦੋਂ ਇਹ ਧਨ ਬਣੀ ਜਾ ਰਿਹਾ। ਜਿੰਨੀ ਦੇਰ ਆਪਾਂ ਜਿਹੜੇ ਹੈਗੇ ਵਿਚਾਰ ਜਿਹੜਾ ਨਹੀਂ ਲੈਂਦੇ, ਇਹ ਨਾਮ ਧਨ ਬਣ ਰਿਹਾ। ਔਰ ਜਦ ਮਾਲਕ ਨੇ ਰਿਕੁਆਇਰਮੈਂਟ ਦੇਖ ਲਈ ਤੇ ਦਰ ਖੋਲ ਦੇਣਾ ਹੈ ਮਾਲਕ ਨੇ। ਕਹਿੰਦੇ ਸੀਲ ਰੱਖੀ ਤੇ ਸੰਤੋਖ ਰੱਖੀ, ਸਦਾ ਨਿਰਭੈਬੋ, ਹਮੇਸ਼ਾ ਨਿਰਭਾਈ ਇਸ ਨੂੰ ਨਿਯਮ ਨੂੰ, ਤੇ ਤੂੰ ਜਿਹੜਾ ਹੈਗਾ ਇਹ ਵਿਚਾਰ ਮੰਡਲ ਕ੍ਰਾਸ ਕਰ ਜਾਏਗਾ, ਦਸਮ ਦੁਆਰ ਖੁੱਲ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਦੇਖੋ ਜੇਕਰ ਅਸੀਂ ਨਾ ਝੂਠ ਦਾ ਸੰਗ ਕਰਦੇ ਹਾਂ ਹਰ ਦਿਨ, ਭਲਾ ਦੱਸੋ ਸੱਚ ਸਾਡੇ ਜੀਵਨ ਚ ਕਿੱਥੋਂ ਆਊ? ਜੇ ਆਪਾਂ ਸਾਡਾ ਸੱਜਣੀ ਝੂਠ ਹੈ, ਬੁਰਾਈ ਹੈ, ਬਿਲਕੁਲ, ਕਿੱਥੋਂ ਚੰਗਿਆਈ ਸਾਡੇ ਜੀਵਨ ਚ ਆਊ? ਦੱਸੋ। ਜੇ 1-2% ਚੰਗਿਆਈ ਨੂੰ ਚਾਂਸ ਦਿੰਦੇ ਆ ਆਪਾਂ, ਲੜ ਝਗੜਨਾ ਪੈਣਾ। ਦੇਖੋ ਮਨ ਦੇ ਅੰਦਰ ਪਤਾ ਕੀ, ਮਨ ਤੇ ਬੜਾ ਪਾਵਰਫੁਲ ਆ। ਆਲਰੇਡੀ ਵੇਟਿੰਗ ਲਿਸਟ ਚ ਬੰਦੇ ਖਲੋਤੇ ਨੇ, ਮਿੰਟ ਲਾਉਂਦੇ ਨੇ ਕੰਮ ਕਰਨ ਲਈ। ਗਿਆਨ ਇੰਦਰੀ, ਕਰਮ ਇੰਦਰੀ ਉਹਦੇ ਅਧੀਨ ਆ। 5 ਔਗਣ ਉਹਦੇ ਅਧੀਨ ਆ।
ਉਹਨਾਂ ਦਾ ਕਮਾਂਡਰ ਆ। 5 ਔਗਣ ਰੂਪੀ ਜਿਹੜੇ ਘੋੜੇ ਆ ਇਹ ਸਾਡੀ ਆਤਮਾ ਨੂੰ ਖਿੱਚੀ ਫਿਰਦੇ ਆ। ਬਿਲਕੁਲ। ਔਰ ਸਾਡੇ ਤੇ ਹੱਥ ਨਹੀਂ ਲੱਗਣ ਦਿੰਦੇ। ਹੁਣ ਤੁਸੀਂ ਉਹਨਾਂ ਨੂੰ ਔਗਣਾਂ ਦੇ ਲਾਗੇ ਛੋਟੀ ਜੀ ਆਤਮਾ ਦੀ ਆਵਾਜ਼ ਲੈ ਕੇ ਜਾਓਗੇ, ਉਹ ਸੁਣਦਾ ਅਗਲਾ ਨਾ। ਤੁਸੀਂ ਕਹਿ ਦਿਓ ਇਹਨੂੰ ਮਾਫ ਕਰ ਦੇ, ਉਹ ਕਹੂਗਾ ਕਿੱਦਾਂ ਮਾਫ ਕਰਦਾ, ਤੂੰ ਭੁੱਲ ਗਿਆ ਅੱਜ ਤੋਂ 15 ਸਾਲ ਪਹਿਲਾਂ ਇਹਨੇ ਮੈਨੂੰ ਗਾਲ ਕੱਢੀ ਸੀ, ਭੁੱਲ ਗਿਆ। ਮੈਨੂੰ ਇਹਦਾ 300 ਰੁਪਏ ਦੀ ਲੋੜ ਪਈ ਸੀ, ਇਹਨੇ ਨਹੀਂ ਦਿੱਤੇ ਸੀ, ਤੂੰ ਭੁੱਲ ਗਿਆ। ਤੁਹਾਨੂੰ ਕਮਜ਼ੋਰ ਕਰ ਦਿੰਦਾ ਹੈ, ਮਜਬੂਰ ਕਰ ਦਿੰਦਾ ਹੈ। ਇਹਨੇ ਸੱਸ ਨੇ ਮੈਨੂੰ ਇੰਨਾ ਦੁਖੀ ਕੀਤਾ ਸੀਗਾ। ਇਹਨੇ ਏਦਾਂ ਕੀਤਾ ਓਦਾਂ ਕੀਤਾ ਨਾ। ਮੇਰੀ ਭਾਬੀ ਆ ਤੇ ਉਹ ਕਹਿੰਦੀ ਆ ਸੱਪ ਨੂੰ ਇੱਕ ਸੱਸਾ ਲੱਗਿਆ ਹੁੰਦਾ ਤੇ ਕਿੰਨਾ ਜ਼ਹਿਰ ਹੈ, ਤੇ ਸੱਸ ਨੂੰ ਤੇ 2 ਸੱਸੇ ਲੱਗੇ ਹੁੰਦੇ ਆ। ਨਿੱਜਾ ਸਾਹਿਬ ਵੇਖੋ ਕਿੱਦਾਂ ਸੋਚਦੀਆਂ ਨਾ। ਹਾਂ ਬਿਲਕੁਲ, ਕਿੰਨਾ ਜ਼ਹਿਰ ਹੋ। ਤੇ ਹੁਣ ਸੱਸ ਨੂੰ ਤਾਂ ਵੈਸੇ ਬਦਨਾਮ ਕੀਤਾ। ਚਲੋ ਜੋ ਵੀ ਹੈ ਤੇ ਔਰਤ ਹੀ ਔਰਤ ਤੇ ਅਟੈਕ ਕਰਦੀ ਆ। ਤੇ ਕਹਿਣ ਤੋਂ ਭਾਵ ਇੱਥੇ ਆ ਕਿ ਆਪਾਂ ਤੇ ਸਾਈਡ ਤੇ ਰਹਿੰਦੇ ਆ। ਕਹਿੰਦੇ ਆ ਕਿ ਸੀਲ ਸੰਤੋਖ ਸਦਾ ਨਿਰਬਾਹਿਬੋ ਹੋਇਬੋ त्रिगुण अतीत हो जाएगा, 3 गुणी अतीत हो जाएगा ਜੇ ਆ ਨਿਰਵਾਹ ਕਰੇਗਾ ਹਮੇਸ਼ਾ ਆਪਣੇ ਅੰਦਰ। ਆ ਸੀਲ ਸੰਤੋਖ ਦਾ ਗੁਣ ਹਮੇਸ਼ਾ ਇਹਦੇ ਨਾਲ ਨਿਰਵਾਹ ਤੇ ਇਹਦੇ ਨਾਲ ਰਹਿਣ ਸਹਿਣ ਕਰੇਗਾ ਤੂੰ। ਨਿਰਵਾਹ ਕਰਨਾ ਕਹਿੰਦੇ ਆ ਵੀ ਬੜਾ ਮੁਸ਼ਕਿਲ ਨਾਲ ਮੈਂ ਇਹ ਘਰ ਵਾਲੀ ਨਾਲ ਨਿਰਵਾਹ ਕਰ ਰਿਹਾ। ਇਹ ਨਿਰਵਾਹ ਦਾ ਮਤਲਬ ਹੈ ਰਹਿ ਰਿਹਾ ਹੈ। ਸੀਲ ਸੰਤੋਖ ਜਿੱਦਾਂ ਸ਼ੁਕਰਾਤ ਦੀ ਘਰ ਦੀ ਪਹੁੰਚ ਜਾਂਦੀ, ਕਹਿੰਦੇ ਜਿੱਥੇ ਵੀ ਉਹ ਭਾਸ਼ਣ ਦਿੰਦਾ ਸੀ ਉੱਥੇ ਮਗਰੇ ਆ ਜਾਂਦੀ ਉਹਦੇ। ਵੇਖ ਲੋ ਉਹ ਸ਼ੁਕਰਾਤ ਨੂੰ ਉਹਨੇ ਇੰਨਾ ਦੁਖੀ ਕੀਤਾ। ਪਰ ਸ਼ੁਕਰਾਤ ਵੀ ਬੜਾ ਜਿੱਦੀ ਸੀ। ਮੈਂ ਹਿਸਾਬ ਲਾਇਆ, ਮੇਰੇ ਵਰਗਾ ਹੋਵੇ ਤੇ ਕਹੋ ਛੱਡੋ ਖੜਾ ਨਬੀੜੀਏ ਜੱਬ, ਦੂਜੀ ਜਨਾਨੀ ਲਿਆਓ। ਪਰ ਸ਼ੁਕਰਾਤ ਨੇ ਜਨਾਨੀ ਨਹੀਂ ਬਦਲੀ। ਦੇਖੋ ਬੰਦਾ ਕਿੱਥੇ ਬੈਠਾ, ਬੰਦਾ ਕਿਹੋ ਜਿਹਾ ਬੰਦਾ ਹੋਊਗਾ ਨਿੱਜਾ ਸਾਹਿਬ। ਬਿਲਕੁਲ ਇੰਨਾ ਇੰਟੈਲੀਜੈਂਟ। ਉਹਦੀ ਜਨਾਨੀ ਕਹਿੰਦੀ ਇੰਨੀ ਕਪੱਤੀ ਸੀ ਨਾ, ਜਿੱਥੇ ਉਹਨੇ ਭਾਸ਼ਣ ਦੇਣਾ ਨਾ ਮਗਰੇ ਚੱਲ ਜਾਂਦੀ ਸੀ ਗਾਲਾਂ ਕੱਢਣ। ਕਹਿੰਦੀ ਆਪ ਵੀ ਵਿਹਲੜਿਆ 4-5 ਹੋਰ ਨਾਲ ਬਾਈ। ਉਹ ਕਹਿੰਦੇ ਉਹਨੇ ਸਾਰੀ ਜ਼ਿੰਦਗੀ ਉਹਦੇ ਨਾਲ ਲੜਦੀ ਰਹੀ। ਪਰ ਉਹ ਵੇਖ ਲਓ ਸ਼ੁਕਰਾਤ ਨੇ ਕਿਤੇ ਮਾਇੰਡ ਚ, ਉਹਨੇ ਆਪਣੀ ਵਿਚਾਰ ਚ ਕਿਤੇ ਨੀ ਲਿਖਿਆ ਕਿ ਇਹਨੂੰ ਮੈਂ ਛੱਡਦਾ। ਕਿਹੋ ਜਿਹਾ ਬੰਦਾ। ਬਿਲਕੁਲ ਕਿੱਡਾ ਵੱਡਾ ਬੰਦਾ। ਉਹਨੂੰ ਪਤਾ ਸੀ ਇਹ ਮੇਰੇ ਨਾਲ ਜੀਵਨ ਸਾਥੀ ਹੈਗਾ, ਇਹਨੂੰ ਮੈਂ ਨਹੀਂ ਛੱਡਣਾ। ਬੇਸ਼ੱਕ ਕਿਤੇ ਔਗਣ ਉਹ ਜਨਾਨੀ ਚ ਗੁਣ ਵੀ ਹੋਣਗੇ, ਐਵੇਂ ਨੀ ਛੱਡੀ। ਨਹੀਂ, ਉਹਨੇ ਸੁਕਰਾਤ ਨੂੰ ਜਿਹੜਾ ਹੈਗਾ ਬਾਰ-ਬਾਰ ਦਰਪਣ ਦਿਖਾਈ ਜਾਂਦੀ ਸੀਗੀ। ਸੁਕਰਾਤ ਜਿਹੜਾ ਹੈਗਾ ਉਹ ਸਹੀ ਹੋਈ ਜਾਂਦਾ ਸੀਗਾ। ਗੱਲ ਤਾਂ ਇਹ ਆ ਉਹਦੇ ਘਰ ਦਾ ਹੀ ਥਰਮਾਮੀਟਰ ਹੀ, ਐਵੇਂ ਨੀ ਉਹਨੇ ਨਾਂ ਰੱਖਿਆ ਸੀ। ਠੀਕ ਹੈ ਜੀ ਸਾਧ ਸੰਗਤ ਜੀ, ਏਦਾਂ ਹੀ ਮਜ਼ਾਕ ਕਰੀਦਾ ਵਾ, ਹੱਸਿਆ ਕਰੋ। ਫਿਰ ਕਹਿੰਦੇ ਆ ਕਿ ਸੀਲ ਤੇ ਸੰਤੋਖ ਹਮੇਸ਼ਾ ਸ਼ਾਂਤ ਰਹੋ। ਸ਼ਾਂਤ ਰਹਿਣ ਦਾ ਮਤਲਬ ਇਹ ਹੁੰਦਾ ਬਾਕੀ ਕਾਹਲੀ ਨਾ ਪੈ ਜਾ ਕਰੋ, ਥੋੜਾ ਜਿਹਾ ਹਜਮ ਕਰੋ ਗੱਲ ਨੂੰ। ਜਿੱਦਾਂ ਗੱਲ ਨੂੰ ਪਹਿਲਾਂ ਚਿੱਥੋ, ਕਹਿੰਦੇ ਗੱਲ ਨੂੰ ਪਹਿਲਾਂ ਚਿੱਥੀ ਦਾ ਹੁੰਦਾ। ਚਿੱਥੋਗੇ ਤੇ ਮਤਲਬ ਇਹ ਹੁੰਦਾ ਕਿ ਕੁਝ ਸਮਾਂ ਦਓ। ਇਹ ਨਾ ਹੋਵੇ ਕਿ ਕੁੱਕਰ ਵਾਂਗੂ ਸੀਟੀ ਮਾਰਨੀ ਸ਼ੁਰੂ ਕਰਤੀ। ਉਹਦੇ ਨਾਲ ਕੀ ਹੁੰਦਾ ਕਿ ਮੁੜ ਕੇ ਫਿਰ ਤੁਸੀਂ ਪਛਤਾਉਂਦੇ ਜੋ, ਏਦਾਂ ਮੈਂ ਕਿਉਂ ਕੀਤਾ। ਪਰ ਜੇ ਤੁਸੀਂ ਨੂੰ ਟਾਈਮ ਦੇ ਦੋਗੇ ਨਾ, ਇੱਥੇ ਮੈਂ ਗੱਲ ਉਹ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਇਹ ਗੱਲ ਉਹ ਗੱਲ ਤੋਂ ਬਿਨਾਂ ਅਧੂਰੀ ਆ। ਉਹ ਜਦੋਂ ਉਹ ਅਰਜੁਨ ਗਿਆ ਸੀ, ਨਹੀਂ ਅਰਜੁਨ ਨਹੀਂ ਸਜੋ ਗਿਆ, ਕੌਣ ਗਿਆ? ਅਰਜੁਨ ਗਿਆ ਸੀ ਨਿੱਜਾ ਸਾਹਿਬ ਉੱਥੇ। ਨਹੀਂ ਲక్ష్మణ ਗਿਆ ਸੀ ਰਾਵਣ ਦੇ ਕੋਲ। ਹਾਂਜੀ ਬਿਲਕੁਲ। ਤੇ ਉਹ ਕਹਿੰਦਾ ਸੀ ਕੀ ਕਹਿੰਦਾ ਕਿ ਜੇ ਤੂੰ ਚੰਗਾ ਕੰਮ ਕਰਨਾ ਤੇ ਹੁਣੇ ਕਰ ਲਈ, ਤੇ ਜੇ ਤੂੰ ਮਾੜਾ ਕੰਮ ਕਰਨਾ ਤੇ ਏਦਾਂ ਕਵੀਂ ਕਿ ਮੈਂ ਕੱਲ ਕਰਾਂਗਾ। ਬਸ ਇੱਕ ਇਹ ਫਾਰਮੂਲਾ। ਇਸੇ ਸੇਮ ਹੀ ਗੱਲ ਨੂੰ ਸਮਝਾਇਆ ਗਿਆ। ਕਹਿੰਦੇ ਸੀਲ ਤੇ ਸੰਤੋਖ ਸਦਾ ਰਹਿਣਾ ਹੈ, ਸੰਤੋਖ ਦੇ ਵਿੱਚ ਰਹਿਣਾ। ਸੰਤੋਖ ਦਾ ਮਤਲਬ ਪਤਾ ਕੀ ਹੈ? ਸੰਤੋਖ ਬਹੁਤ ਪਾਵਰਫੁਲ ਚੀਜ਼ ਹੈ। ਸਬਰ ਤੇ ਸੰਤੋਖ। ਸੰਤੋਖ ਦਾ ਮਤਲਬ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਉਹਦਾ ਫਲ ਜੋ ਵੀ ਮਿਲੇ ਉਹਨੂੰ ਸੰਤੋਖ ਕਰੋ, ਉਹਨੂੰ ਸਬਰ ਤੇ ਸੰਤੋਖ ਦੇ ਵਿੱਚ ਲੈ ਕੇ ਆਓ। ਆਪਾਂ ਕੰਮ ਕਰਨਾ ਹੈ, ਮਿਹਨਤ ਕਰਨੀ ਹੈ, ਫਲ ਜਿਹੜਾ ਹੈ ਉਹ ਰੱਬ ਨੇ ਦੇਣਾ ਹੈ। ਭਾਵੇਂ ਦਵੇ ਘੱਟ, ਭਾਵੇਂ ਦਵੇ ਵੱਧ, ਭਾਵੇਂ ਖੋਲੇ। ਉਹ ਜਿਹੜਾ ਸੰਤੋਖ 'ਚ ਰੱਖਣਾ ਹੈ। ਕਿਉਂਕਿ ਜੇ ਤੁਸੀਂ ਉਹਨੂੰ ਔਖੇ ਵੀ ਹੋਗੇ ਤੇ ਕੀ ਕਰੋਗੇ? ਉਹ ਸੁਣਦਾ ਸਾਡੀ ਨਾ। ਉਹ ਇੰਨਾ ਪਾਵਰਫੁਲ ਆ, ਉਹ ਸਾਡੇ ਵੱਲ ਧਿਆਨ ਦਿੰਦਾ ਹੈ। ਅਸੀਂ ਰੌਲਾ ਪਾਈ ਜਾਵਾਂਗੇ, ਲੋਕੀ ਪਾਈ ਜਾਣਗੇ ਇਹ ਨਹੀਂ ਹੋਇਆ ਤੇ ਇਹ ਨਹੀਂ ਹੋਇਆ। ਕੀ ਉਹ ਕੋਈ ਉਹਨੂੰ ਕੋਈ ਫਰਕ ਪੈਂਦਾ? ਪਰ ਇਹਦੇ ਵਿੱਚ ਇਹ ਹੈ ਕਿ ਉਹਦੇ ਸੰਤੋਖ 'ਚ ਰਹੀਏ, ਸੀਲ 'ਚ ਰਹੀਏ। ਤੇ ਜੇ ਕਹਿੰਦੇ ਤੁਸੀਂ ਇਹਦੇ ਨਾਲ ਆਪਣਾ ਨਿਰਵਾਹ ਕਰਦੇ ਜੋ, ਆਪਣਾ ਜੀਵਨ ਚਲਾਉਂਦਾ ਜੋ, ਇਹ ਹੋਵੇ 3 ਗੁਣ ਅਤੀਤ। ਫਿਰ ਤੁਸੀਂ 3 ਗੁਣਾਂ ਤੋਂ 3 ਗੁਣ ਰਜੋ ਤਮੋ ਸਤੋ ਕਹਿ ਲਓ, ਜਾਂ ਇਹਨਾਂ ਦੇ ਤੁਸੀਂ ਅੱਗੇ ਲੰਘ ਜਾਓਗੇ। ਬਿਲਕੁਲ ਬਹੁਤ ਪਾਰ। ਕਿਉਂਕਿ ਤੁਹਾਡੇ ਅੰਦਰ ਇੱਕ ਸੰਤੋਖ ਹੈ।
ਸੰਤੋਖ ਦਾ ਮਤਲਬ ਇਹੋ ਹੀ ਆ ਕਿ ਮਿਹਨਤ ਕੀਤੀ ਆ, ਜੋ ਉਹਨੇ ਫਲ ਦਿੱਤਾ ਹੈ ਮੈਂ ਕਬੂਲ ਕਰ ਲਿਆ, ਤਾਂ ਸੰਤੋਖ, ਉਹਨੂੰ ਸੰਤੋਖ ਆ ਗਿਆ। ਕੀ ਫਲਾਨਿਆ, ਇੱਕ ਤਾਂ ਬਰਦਾਸ਼ਤ ਕਰਨਾ ਅਲੱਗ ਚੀਜ਼ ਜੀ। ਬਰਦਾਸ਼ਤ ਕਰਨਾ ਇੱਕ ਹੁੰਦਾ ਕਿ ਇੱਕ ਬੰਦਾ ਸਹੀ ਨਹੀਂ ਆ, ਤੁਸੀਂ ਉਹਨੂੰ ਬਰਦਾਸ਼ਤ ਕਰ ਰਹੇ ਹੋ। ਸੰਤੋਖ ਦਾ ਮਤਲਬ ਹੈ ਕਿ ਉਹ ਬੰਦਾ, ਉਹ ਪੈਕੇਜ ਆ ਜਿੱਦਾਂ ਦਾ ਵੀ ਆ। ਮੰਨ ਲਓ ਹੁਣ ਗੁਲਾਬ ਦਾ ਫੁੱਲ ਹੀ ਲਾ ਲਓ, ਤੇ ਉਹਦੇ ਨਾਲ ਫੁੱਲ ਵੀ ਆ, ਕੰਡੇ ਵੀ ਆ ਪੌਦੇ ਦੇ ਨਾਲ, ਤੇ ਉਹਨੂੰ ਦੋਨਾਂ ਨੂੰ ਅਸੈਪਟ ਕਰੀਏ। ਤੇ ਜੇ ਆਪਾਂ ਉਹਨਾਂ ਨੂੰ ਅਸੈਪਟ ਕਰਦੇ ਹਾਂ, ਪਰ ਆਪਾਂ ਏਦਾਂ ਨਹੀਂ ਨਾ ਕਰਦੇ, ਆਪਾਂ ਬੰਦੇ ਨੂੰ ਵੇਖਦੇ ਹਾਂ, ਆਪਾਂ ਬੰਦੇ ਦੀਆਂ ਚਾਰ ਚੰਗਿਆਈਆਂ ਉਹਨੂੰ ਤੇ ਮਨਜ਼ੂਰ ਕਰ ਲੈਂਦੇ ਨੇ। ਹੁਣ ਜੇ ਉਹ ਚਾਰ ਚ ਇੱਕ ਦੋ ਬੁਰਾਈਆਂ ਹੈਗੀਆਂ ਤੇ ਆਪਾਂ ਰੌਲਾ ਪਾਈ ਜਾਂਦੇ ਹਾਂ। ਬਿਲਕੁਲ ਸਹੀ ਗੱਲ ਹੈ। ਪਰ ਏਦਾਂ ਤੇ ਨਹੀਂ ਨਾ ਹੁੰਦਾ। ਇਹ ਕੋਈ ਸਮੋਸੇ ਥੋੜੀ ਲੈਣ ਗਿਆ ਜੋ ਜਿਹੜੇ 2 ਦਿਨ ਪਸੰਦ ਆਏ ਤੇ 3-4 ਚੰਗੇ ਚੁੱਕ ਲਏ, ਬਾਕੀ ਛੱਡ ਗਏ। ਇਹ ਤੇ ਬੰਦਾ ਵਾ। ਬੰਦੇ ਚ ਗੁਣ ਵੀ ਹੁੰਦੇ, ਬੰਦੇ ਚ ਔਗੁਣ ਆ। 100% ਤੇ ਗੁਣ ਤੇ ਕਿਸੇ ਚ ਹੋਣੇ ਹੀ ਨਹੀਂ। ਈਵਨ ਤੁਹਾਡੇ ਚ ਕਿਹੜੇ ਹੈਗੇ ਦੱਸੋ ਮੈਨੂੰ? ਬਿਲਕੁਲ ਨਹੀਂ। ਨਿੱਜਾ ਸਾਹਿਬ ਸਾਡੇ ਅਸੀਂ ਕੰਪਲੀਟ ਹੈ ਨਾ ਬੰਦਾ ਫਿਰ ਇਹੋ ਜਿਹਾ ਬੰਦਾ ਤਾਂ ਲੱਭਣਾ ਹੀ ਨਹੀਂ ਜਿਹਦੇ ਕੋਲ ਸਾਰੇ ਗੁਣ ਹੋਣ। ਇਹ ਤਾਂ ਬੰਦਾ ਸਾਰੀ ਦੁਨੀਆ ਚਿਰਾਗ ਲੈ ਕੇ ਵੀ ਲੱਭਣ ਜਾਈਏ ਤਾਂ ਨਹੀਂ ਲੱਭਦਾ ਬੰਦਾ ਇਹੋ ਜਿਹਾ। ਆਹੋ, ਤੇ ਇੱਕ ਆਪਣੇ ਚ ਇਹ ਬੜੀ ਬੰਦਿਆਂ ਆਦਤ ਹੁੰਦੀ ਹੈ ਕਿ ਆਪਾਂ ਦੂਜੇ ਨੂੰ ਸੁਧਾਰਨਾ ਬੜਾ ਚਾਹੁੰਦੇ, ਪਰ ਜਦ ਕਿ ਜਿੰਨੇ ਸੁਧਰਨਾ ਉਹਦੇ ਹੀ ਖੁਦ। ਦੂਜੇ ਨੇ ਤਾਂ ਸੁਧਰਨਾ ਹੀ ਨਹੀਂ, ਉਹਨੇ ਨਹੀਂ ਬਦਲਣਾ। ਤੇ ਜੇ ਅਸੀਂ ਬਦਲਣ ਚੱਲ ਗਏ ਤਾਂ ਸਮਝ ਲਓ ਕਿ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਅਸਲ ਚ ਜਦੋਂ ਅਸੀਂ ਸੁਧਰ ਗਏ ਤਾਂ ਉਹਨੇ ਆਪਣੇ ਆਪ ਹੀ ਸੁਧਰ ਜਾਣਾ। ਬਸ ਠੀਕ ਹੈ ਜੀ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਹਾਂ, ਇਹ ਜਿਹੜਾ ਸੀਲ ਦਾ ਮਤਲਬ ਆ ਵੀ ਨਿਮਰਤਾ ਰੱਖੀ, ਨਹੀਂ ਤਾਂ ਕੀ ਹੋਊਗਾ, ਸਿੰਘ ਫਸ ਜਾਣੇ ਆ ਤੇਰੇ। ਫਿਰ ਸਿੰਘ ਫਸ ਗਏ ਤੇ ਫਿਰ ਪਿਆਰਿਆ ਦੇਖ ਲਾ, ਫਿਰ ਤਾਂ ਪੀੜੀ ਜਾਈ, ਫਿਰ ਤੇਰੀ ਮਰਜ਼ੀ ਆ। ਫਿਰ ਤੇ ਚੁੰਝਾਂ ਫਸੀ ਜਾਣੀਆਂ। ਬਿਲਕੁਲ, ਹਾਂਜੀ। ਤੇ ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ ਨਾ ਮਨ ਸਿਓ ਲਿਆਵੈ। ਦੇਖੋ ਇਹ 6 ਕਰਤੇ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 5 ਹੈਗੇ ਤੇ ਗੁਰੂ ਗੋਬਿੰਦ ਸਿੰਘ ਨੇ 6ਵਾਂ ਵੀ ਲਿਆ ਤਾ, ਹਠ। ਕਹਿੰਦੇ ਹਠ ਵੀ ਨਹੀਂ ਕਰਨਾ ਵੀ ਮੈਂ ਤਾਂ ਜੀ ਹੁਣ 3 ਘੰਟੇ, ਮੈਂ ਤਾਂ 4 ਘੰਟੇ ਨਾਮ ਜਪਣਾ ਹੈ, ਮੇਰੇ ਅੰਦਰ ਤਾਂ ਕੁਛ ਨਾ ਕੁਛ ਜੋਤ ਪ੍ਰਕਾਸ਼ ਹੋਣਾ ਚਾਹੀਦਾ ਹੈ। ਹਠ ਨਹੀਂ ਕਰਨਾ ਕਹਿੰਦੇ, ਬਸ ਉੱਥੇ ਸੰਤੋਖ ਰੱਖ, ਸਬਰ ਰੱਖਣਾ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹਠ ਹੈਗੇ, ਇਹਨਾਂ ਨੂੰ ਮਨ ਦੇ ਵਿੱਚ ਨਹੀਂ ਲਿਆਉਣਾ, ਇਹਨਾਂ ਨੂੰ ਘਟਾਉਣਾ ਹੈ, ਮਨ ਨੂੰ ਰੋਕਣਾ ਹੈ ਇਹਨਾਂ ਤੋਂ। ਤਬ ਹੀ ਆਤਮ ਤਤ ਕੋ ਦਰਸੈ, ਤਾਂ ਤੈਨੂੰ ਆਤਮਾ ਦੇ ਦਰਸ਼ਨ ਹੋਣਗੇ ਪਿਆਰਿਆ। ਆਤਮ ਤਤ ਤਾਂ ਪ੍ਰਾਪਤ ਹੋਏਗਾ। ਪਰਮ ਪੁਰਖ ਕਹਿ ਪਾਵੇ, ਤਾਂ ਤੂੰ ਪਰਮ ਪੁਰਖ ਹੋ ਜਾਏਗਾ ਪਿਆਰਿਆ। ਪਰਮ ਪੁਰਖ ਹੋ ਜਾਏਗਾ ਤੂੰ, ਪੁਰਖ ਉੱਤਮ ਹੋ ਜਾਏਗਾ ਤੂੰ ਇਸ ਤਰੀਕੇ ਦੇ ਨਾਲ। ਹਾਂਜੀ ਵੀਰ, ਠੀਕ ਹੈ ਜੀ। ਉਹ ਕਹਿੰਦੇ ਆ ਕਿ ਇੱਕ ਤੇ ਕਾਮ, ਕ੍ਰੋਧ, ਹੰਕਾਰ, ਲੋਭ, ਹੱਠ, ਮੋਹ ਨਾ ਮਨ ਕੋ ਲਿਆਵੇ, ਮਨ ਸਿਓ ਲਿਆਵੇ, ਮਨ ਦੇ ਨਾਲ ਇਹਨੂੰ, ਮਨ ਨੂੰ ਹਟਾਉਣਾ ਇਹਨਾਂ ਤੋਂ। ਦੇਖ ਲਓ, ਕਹਿੰਦੇ ਇਹਨਾਂ ਚੀਜ਼ਾਂ ਤੋਂ ਮਨਾ ਕੀਤਾ। ਕਾਮ ਦੇ ਬਾਰੇ ਮਨਾ ਕੀਤਾ, ਕ੍ਰੋਧ, ਹੰਕਾਰ ਵੇਖੋ, ਤੁਹਾਨੂੰ 1 ਮਿੰਟ ਚ ਪਤਾ ਲੱਗ ਜਾਣਾ ਤੁਹਾਡੇ ਅੰਦਰ ਜੋ ਹੰਕਾਰ ਪੈਦਾ ਹੋਇਆ ਨਾ, ਤੁਹਾਡੀ ਭਾਸ਼ਾ ਬਦਲ ਜਾਏਗੀ, ਤੁਸੀਂ ਅੰਦਰੋਂ ਕੰਬਣ ਡੈ ਪੈਣਾ ਜੇ। ਕ੍ਰੋਧ ਵੀ ਮਾੜਾ, ਤੁਸੀਂ ਤਾਂ ਵੀ ਕੰਬਦੇ ਜੋ। ਕਾਮ ਤੇ ਹੈ ਹੀ ਹੈ। ਚਲੋ ਪ੍ਰਕਿਰਤੀ ਦੇ ਨਿਯਮ ਹੈ। ਜੇ ਕਿਸੇ ਚੀਜ਼ ਨੂੰ ਆਪਾਂ ਉਹਦੀ ਲਿਮਿਟ ਚ ਯੂਜ਼ ਕਰਦੇ ਹਾਂ ਤੇ ਜ਼ਹਿਰ ਵੀ ਆ। ਵੇਖ ਲਓ, ਹੁਣ ਸੱਪ ਦਾ ਜ਼ਹਿਰ ਓਦਾਂ ਬੰਦੇ ਨੂੰ ਮਾਰ ਦਿੰਦਾ, ਪਰ ਜੇ ਤੁਸੀਂ ਕਿਸੇ ਨੂੰ ਲਿਮਿਟ ਚ ਦਓਗੇ ਉਹਦੀ ਦਵਾਈ ਬਣ ਜਾਂਦੀ। ਡਿਪੈਂਡ ਹੈ ਉਹਦਾ ਇਸਤੇਮਾਲ ਕਿੱਦਾਂ ਕਰ ਰਹੇ ਹੋ, ਔਰ ਉਹਦੇ ਇਸਤੇਮਾਲ ਕਰਨ ਪਿੱਛੇ ਤੁਹਾਡਾ ਮਕਸਦ ਕੀ ਹੈ। ਇਹ ਬੜੀ ਇੰਪੋਰਟੈਂਟ ਚੀਜ਼ ਹੈ ਨਿੱਜਰ ਸਾਹਿਬ। ਬਿਲਕੁਲ। ਛੋਟੇ ਬੱਚਿਆਂ ਨੂੰ ਤੁਸੀਂ ਡਾਂਟ ਸਕਦੇ ਜੋ, ਇਹਦਾ ਮਤਲਬ ਨਹੀਂ ਕਿ ਤੁਸੀਂ ਡਾਂਟਣ ਦੇ ਜਦੋਂ ਤੇ ਡਿਕਟੇਟਰਸ਼ਿਪ ਕਰਨ ਦੇ ਜੋ, ਕੰਟਰੋਲ ਕਰ ਰਹੇ ਜੋ। ਅਸਲ ਤੁਸੀਂ ਬੱਚਿਆਂ ਨੂੰ ਕੋਈ ਸਿੱਖਿਆ ਦੇ ਰਹੇ ਜੋ। ਉਹ ਜੋ ਚੀਜ਼ ਉਹਨਾਂ ਨੂੰ ਸਮੇਂ ਦੇ ਅਨੁਸਾਰ ਪਤਾ ਲੱਗੇਗਾ ਕਿ ਇਹ ਜਿਹੜੀ ਮਾਂ ਪਿਓ ਨੇ ਕੋਈ ਚੀਜ਼ ਕਹੀ ਆ, ਇਹਦਾ ਫਾਇਦਾ ਕੀ ਆ। ਔਰ ਵੈਸੇ ਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ, ਉਹ ਜਿਹੜੀਆਂ ਸਾਡੇ ਮਾਪਿਆਂ ਨੇ ਸਾਨੂੰ ਸਿਖਾਈਆਂ, ਅਸੀਂ ਤਾਂ ਸਿਖਾਉਣੀਆਂ। ਇਹੋ ਚੀਜ਼ ਹੈ। ਸੋ ਇਹ ਚੀਜ਼ ਅਲੱਗ ਆ। ਫਿਰ ਕਹਿੰਦੇ ਆ ਕਿ ਹੱਠ ਨਹੀਂ ਕਰਨਾ। ਹੱਠ ਕਰਨ ਦੇ ਵਿੱਚ ਇੱਕ ਤੇ ਇਹ ਮਨ ਦੇ ਅੰਦਰ ਹੁੰਦੀ ਹੈ, ਤੇ ਇੱਕ ਹੱਠ ਤੁਸੀਂ ਘਰੇ ਵੀ ਨਾ ਕਰਿਆ ਕਰੋ। ਆਪਾਂ ਕਈ ਵਾਰੀ ਹੱਠ ਕਰਦੇ ਹਾਂ ਕਿ ਹਾਂ ਨਾ, ਜਾਂ ਮੈਂ ਕਿਹੜਾ ਕੰਮ ਕਿਹਾ, ਹੋਇਆ ਕਿਉਂ ਨਹੀਂ। ਇਹ ਵੀ ਬੜਾ ਵੱਡਾ ਹੱਠ ਜੋ। ਔਰ ਇਸ ਕਰਕੇ ਵੀ ਆਪਾਂ ਬੜੇ ਦੁਖੀ ਹਾਂ। ਆਪਾਂ ਭੈਣ ਭਰਾਵਾਂ ਦਾ ਨਾਲ ਏਦਾਂ ਹੀ ਡੀਲ ਕਰਦੇ ਹਾਂ ਕਿ ਬਈ ਮੈਂ ਹੁਣ ਮੇਰੇ ਕੋਲ ਨਹੀਂ ਆਇਆ ਤੇ ਮੈਂ ਵੀ ਨਹੀਂ ਕੋਲ ਜਾਣਾ, ਕੀ ਕਰ ਲੋਗੇ। ਬਿਲਕੁਲ ਸਹੀ ਗੱਲ ਹੈ। ਜਿੱਦ ਕਰਦੇ ਨਾ ਆਪਾਂ ਕਿ ਤੂੰ ਆਇਆ ਹੀ ਨਹੀਂ, ਅਸੀਂ ਤੈਨੂੰ 7 ਵਜੇ ਦਾ ਟਾਈਮ ਦਿੱਤਾ ਸੀ, ਹੁਣ 10 ਵੱਜ ਗਏ ਆ, ਮੈਂ ਨਹੀਂ ਰੋਟੀ ਖਾਣੀ, ਜਾਂ ਨਾ ਮੈਂ ਤੇਰੀ ਰੋਟੀ ਬਣਾਉਣੀ, ਜਾ ਤੁਰਿਆ ਫਿਰ। ਸੋ ਇਹ ਵੀ ਹੱਟ ਆ। ਜਿੱਦ ਕਰ ਲੈਣੀ ਠੀਕ ਹੈ। ਜਿੱਦ ਕਰਨੀ ਕਈ ਵਾਰੀ, ਚਲੋ ਜੇ ਕੋਈ ਜਿੱਦ ਕਰਦਾ ਤੇ ਉਹਦੀ ਜਿੱਦ ਭਗਾ ਦਿਆ ਕਰੋ। ਉਹ ਤੁਹਾਨੂੰ ਪਿਆਰ ਕਰਦਾ, ਉਹ ਜੇ ਉਹਨੂੰ ਖੁਸ਼ੀ ਮਿਲਦੀ ਹੈ ਤੇ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ। ਮਾੜੀ ਮੋਟੀ ਛੋਟੀ ਮੋਟੀ ਜਿੱਦ ਉਹਦੀ ਪੂਰੀ ਕਰ ਦੋ, ਪਰ ਇਹ ਨਾ ਹੋਵੇ ਕਿ ਬਾਰ-ਬਾਰ ਹੀ ਉਹ ਜਿੱਦੀ ਕਰੀ ਜਾਵੇ ਤੇ ਉਹ ਫਿਰ ਉਹਦਾ ਸੁਭਾਅ ਬਣ ਗਿਆ।
ਉਹਦੇ ਲਈ ਉਹਨੂੰ ਪਿਆਰ ਨਾਲ ਗੱਲ ਕਰੋ, ਉਹਨੂੰ ਸਮਝਾਓ ਵੀ ਇਹ ਚੀਜ਼ ਰੋਜ਼ ਦਾ ਨਹੀਂ ਕੰਮ, ਠੀਕ ਹੈ, ਹਾਂ ਵੇਲੇ ਕੋਲੇ ਕੋਈ ਗੱਲ ਨਹੀਂ, ਕਿਤੇ ਟਾਈਮ ਆਇਆ ਤੇ ਮੈਂ ਤੇਰੀ ਇਹ ਗੱਲ ਜ਼ਰੂਰ ਪਕਾ ਦਾਂ, ਠੀਕ ਹੈ। ਸੋ ਅੱਜ ਫਿਰ ਕਹਿੰਦੇ ਤਬ ਹੀ ਆਤਮ ਤਤ ਕੋ ਦਸੇ ਪਰਮ ਪੁਰਖ ਕਹਿ ਪਾਵੇ। ਤੇ ਠੀਕ ਹੈ, ਫਿਰ ਤੈਨੂੰ ਤੁਹਾਨੂੰ ਆਤਮਾ ਮਿਲ ਜਾਏਗੀ, ਇਹ ਪੱਕੀ ਮਿਲ ਜਾਏਗੀ ਜੀ। ਤੁਸੀਂ ਥੋੜੀਆਂ ਜਿਹੀਆਂ ਫੁੱਲੀਆਂ ਉੱਪਰ ਦਸੀਆਂ ਨੇ ਛੱਡੋ ਤੇ ਤੁਹਾਨੂੰ ਆਤਮਾ ਦੇ ਦਰਸ਼ਨ ਹੋ ਜਾਣੇ ਜੀ। ਕਿਉਂਕਿ ਜਿੰਨਾ ਚਿਰ ਦੇਖੋ ਵੇਖੋ ਕੋਈ ਵੀ ਚੀਜ਼ ਹੈ ਨਾ, ਉਹਦੀ ਰਿਕੁਆਇਰਮੈਂਟ ਹੈਗੀ ਆ। ਤੇ ਜੇਕਰ ਆਪਾਂ ਆਪਣੀਆਂ ਜੜ੍ਹਾਂ ਮਨ ਦੇ ਵਿੱਚ ਤੁਰੀਆਂ ਫਿਰਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਐਰਾ ਵਗੈਰਾ, ਉੱਤੇ ਗੁਰੂ ਜੀ ਨੇ ਇੱਕ ਹੋਰ ਚੀਜ਼ ਲਾਈ ਜਾ ਰਹੇ ਨੇ, ਕਹਿੰਦੇ ਜਿੱਦ ਵੀ ਕਰੀ ਜਾਂਦਾ, ਫਿਰ ਆਤਮਾ ਤੇ ਨਹੀਂ ਨਾ ਹੋਈ ਉੱਥੇ। ਬਿਲਕੁਲ, ਆਤਮਾ ਤੇ ਵਿਰਾਗ ਪੈਦਾ ਕਰਦੀ ਹੈ। ਵਿਰਾਗ ਕਿੱਥੋਂ ਪੈਦਾ ਕਰਨਾ? ਇਹਨਾਂ ਚੀਜ਼ਾਂ ਤੋਂ ਆਟੋਮੈਟਿਕਲੀ। ਪਰ ਤੁਸੀਂ ਉਹਦੇ ਲਈ ਕੀ ਕਰ ਸਕਦੇ ਜੋ? ਹੁਣ ਆਤਮਾ ਤੁਹਾਨੂੰ ਲੱਭਣੀ ਤੇ ਹੈ ਨਹੀਂ, ਨਾ ਤੁਹਾਨੂੰ ਵਿਰਾਗ ਲੱਭਣਾ, ਤੁਹਾਡੇ ਕੋਲ ਇੱਕੋ ਚੀਜ਼ ਹੈਗੀ, ਸੱਚ। ਸੱਚ ਨੂੰ ਆਪਣੇ ਜੀਵਨ ਚ ਲੈ ਆਓ, ਸੱਚ ਦੇ ਨਾਲ ਚੱਲੋ, ਸੱਚ ਖਾਓ, ਸੱਚ ਪੀਵੋ, ਸੱਚ ਦੇ ਵਿੱਚ ਉੱਠੋ, ਸੱਚ ਦੇ ਵਿੱਚ ਬਹੋ, ਤੇ ਬਸ ਆਤਮਾ ਤੁਹਾਨੂੰ ਆਪਣੇ ਆਪ ਹੀ ਲੱਭ ਜਾਣੀ ਹੈ। ਤੁਹਾਨੂੰ ਲੱਭਣ ਦੀ ਲੋੜ ਹੀ ਨਹੀਂ ਆ। ਸੱਚ ਹੀ ਬਣ ਜਾਣਾ, ਸ਼ਾਂਤ ਹੋ ਜਾਣਾ, ਆਪਾਂ ਹੀ ਸੱਚ ਬਣ ਜਾਣਾ ਹੈ। ਸਭ ਮਨ ਆਪੇ ਸ਼ਾਂਤ ਹੋ ਜਾਣਾ। ਮਨ ਹੈ ਕਿਉਂ ਆ? ਮਨ ਕਿਉਂਕਿ ਉਹਦੀਆਂ ਜੜ੍ਹਾਂ ਉਲਟੀ ਪੁਲਟੀ ਜਗ੍ਹਾ ਚ ਆਪਾਂ ਗੱਡੀਆਂ ਨੇ, ਤੇ ਫਿਰ ਮਨ ਵੀ ਫਿਰ ਪ੍ਰਗਟ ਹੁੰਦਾ। ਮਨ ਫਿਰ ਕਿੱਥੋਂ ਸ਼ਾਂਤ ਹੋਵੇ? ਮਨ ਦਾ ਮਤਲਬ ਹੀ ਕੀ ਹੈ ਕਿ ਸਾਡੀ ਡਾਇਰੈਕਸ਼ਨ ਜਿਹੜੀ ਆ ਆਤਮਾ ਤੋਂ ਆਪੋਜਿਟ ਆ, ਪਰਮਾਤਮਾ ਨੂੰ ਪਿੱਠ ਕਰਕੇ ਆਪਾਂ ਦੂਜੀ ਸਾਈਡ ਤੁਰ ਪਏ। ਬਿਲਕੁਲ, ਇਸ ਕਰਕੇ ਅਸੀਂ ਇੱਧਰ ਇਹਦੀ ਵਿਚਾਰ ਇੱਥੇ। ਹਾਂਜੀ, ਬਹੁਤ ਵਧੀਆ ਗੁਰੂ ਸਾਹਿਬ, ਬਹੁਤ ਵਧੀਆ ਜੀ। ਸ਼ਰਧਾਂਜਲੀ ਬਹੁਤ ਵਧੀਆ ਸ਼ਰਧਾਂਜਲੀ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨੂੰ, ਬਹੁਤ ਵਧੀਆ ਜੀ। ਹਾਂ, ਬਹੁਤ ਜ਼ਬਰਦਸਤ ਉਹਨਾਂ ਦੇ ਵਿਚਾਰ ਨੇ। ਦੇਖੋ ਉਹ ਪਤਾ ਕੀ ਹੈ, ਬ੍ਰਹਮ ਗਿਆਨੀ ਜਿੰਨੇ ਵੀ ਹੈ ਧਰਤੀ ਤੇ ਆਏ ਨੇ, ਉਹ ਸਾਨੂੰ 84 ਤੋਂ ਮੁਕਤ ਕਰਨਾ ਚਾਹੁੰਦੇ ਨੇ। ਔਰ ਬੰਧਨ ਤੁਹਾਨੂੰ ਦੱਸਦੇ ਉਹਨਾਂ ਨੇ, 5-6 ਬੰਧਨ ਹੈਗੇ ਆ। ਤੇ ਜਦ ਤੱਕ ਤੁਹਾਡੇ ਅੰਦਰ ਵਿਰਾਗ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਤੱਕ ਇਹ ਗੱਲ ਬਣਨੀ ਨਹੀਂ। ਤੇ ਮਾਇਆ, ਤੁਹਾਨੂੰ ਪਤਾ ਮਾਇਆ ਕਿੰਨੀ ਪਾਵਰਫੁਲ ਹੈ, ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦੀ ਕਿ ਉਹ ਬੰਦੇ ਨੂੰ ਲੈ ਜਾਂਦੀ ਸੰਸਾਰ ਤੋਂ। ਬ੍ਰਹਮ ਗਿਆਨੀ ਭਾਵੇਂ ਜਿੰਨਾ ਮਰਜ਼ੀ ਰੌਲਾ ਪਾਉਂਦੇ ਨੇ, ਤੇ ਇਹ ਕੋਈ ਸੁਣਨ ਨੂੰ ਕਿੰਨੇ ਕੁ ਲੋਕ ਤਿਆਰ ਨੇ? ਜ਼ਿਆਦਾ ਲੋਕ ਨਹੀਂ ਸੁਣਦੇ। ਉਹ ਬਸ ਇਹ ਹੈ ਕਿ ਥੋੜਾ ਬਹੁਤਾ TV ਚਾਲੂ ਕੀਤਾ, ਬਸ ਉੱਥੇ ਆਪਣੇ ਗੱਲਾਂ ਸੁਣ ਲਈਆਂ, ਮੁੜ ਕੇ ਫੇਰ ਆਪਣੀ ਦੁਕਾਨ ਉੱਥੇ ਲੈ ਗਏ। ਜਿਹਨੂੰ ਸਭ ਕੁਝ ਉਹ ਕੀਤਾ ਜੋ ਮਨਾ ਕੀਤਾ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ। ਹਾਂਜੀ ਵੀਰ ਜੀ, ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮਿਹਰ ਕਰੋ, ਮਿਹਰ ਕਰੋ। ਮੇਰੇ ਪਿਤਾ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ ਮਿਹਰ ਕਰੋ, ਮੇਰ ਦੇ ਨਿਰੋਗਤਾ ਬਖਸ਼ੋ, ਤੰਦਰੁਸਤੀ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਤੇ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।